स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। क्षमादान रेडियो पंजाब टुडे दे प्रोग्राम क्षमादान दे विच तुहाडा स्वागत है जी। अज दिन है शुक्रवार, तरीक है 29 जुलाई, समा शाम के 6:30 दा। सो जेकर सूइयां की गल करिए तो इस वक्त दुनिया के वक्-वक् समय दे जे गल करिए तो लंडन दे विच 2 वजे हुए ने ते वैनकूवर दे विच सवेर दे 6 वजे हुए ने, परथ दे विच रात दे 9 है ते न्यूयॉर्क दे विच सवेर दे 9 ने ते सिंगापुर दे विच रात दे 9 वजे हुए ने। सो इस समय असीं रेडियो पंजाब टुडे दे बठिंडा स्टूडियो तो प्रोग्राम क्षमादान लैके लाइव हुन्ने आ ते हुण तो 12 घंटिਆਂ बाद प्रोग्राम गीत बहार लाइव हुंदा है। स्टूडियो दे विच तुसीं फोन कॉल कर सकदे हो 9216410666 ਤੇ 9814910666 ਤੇ इस प्रोग्राम ਨੂੰ स्पॉन्सर ਕੀਤਾ ਜੀ ਸਰਦਾਰ ਸੁਖਵਿੰਦਰ ਸਿੰਘ ਸੰਧੂ ਹੋਰਾਂ ਨੇ ਨਿਊਯਾਰਕ ਤੋਂ ਤੇ ਸਰਦਾਰ ਬਲਵੀਰ ਸਿੰਘ ਉਸਮਾਨਪੁਰ ਪਿੰਡ ਭੈਣੀ ਬੜਿੰਗਾ ਜ਼ਿਲ੍ਹਾ ਲੁਧਿਆਣਾ ਦੇ ਸਾਡੇ ਸਤਿਕਾਰਤ ਲਿਸਨਰਸ ਵੱਲੋਂ 10 ਸਤੰਬਰ ਨੂੰ ਸਮੋਕੀ ਪਾਰਕ ਨਿਊਯਾਰਕ ਦੇ ਵਿੱਚ ਰਿਚਮੰਡ ਹਿੱਲ ਦੇ ਉੱਤੇ ਟੂਰਨਾਮੈਂਟ ਹੋ ਰਿਹਾ ਜੀ ਕਬੱਡੀ ਦਾ। ਸਾਰੇ ਹੁਮ ਹੁਮਾ ਕੇ ਪੁੱਜਿਓ। ਮਾਲਵਾ ਬ੍ਰਦਰਸ ਵੱਲੋਂ ਤੇ ਹੋਰ ਸਹਿਯੋਗੀਆਂ ਵੱਲੋਂ ਤੁਹਾਨੂੰ ਖੁੱਲ੍ਹਾ ਸੱਦਾ ਹੈ। ਟੀਮਾਂ ਆਉਣਗੀਆਂ, ਬੜੇ ਵਧੀਆ ਰੋਚਕ ਮੁਕਾਬਲੇ ਹੋਣਗੇ। ਮੁੰਡੇ ਕੁੜੀਆਂ ਦੀਆਂ ਟੀਮਾਂ ਉੱਥੇ ਪਹੁੰਚ ਰਹੀਆਂ ਨੇ। ਕੁਝ ਵਪਾਰਕ ਸੁਨੇਹੇ ਲੈਣੇ ਤੇ ਫਿਰ ਹਾਜ਼ਰ ਹੁੰਨੇ ਆ ਤੁਹਾਡੇ ਨਾਲ। वन ऑफ द बिगेस्ट कार डीलरशिप जो बैथलम PH है, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोल दिया, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 या quicktrucklube.com। QTL because we care। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 6017972354। ਸੋ ਪ੍ਰੋਗਰਾਮ क्षमादान ਦੇ ਵਿੱਚ ਵਿਨਰ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਇਸ ਵਕਤ ਜੁੜ ਗਏ ਨੇ। ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਫਿਰ ਕਹਿੰਦੇ ਪੰਜਾਬ ਸਰਕਾਰ ਨੇ ਕਹਿੰਦੇ 28 ਦਾ ਅੰਕੜਾ ਜ਼ਮੀਨ ਛਡਾਉਣ ਦਾ ਹਾਸਲ ਕੀਤਾ ਜੀ ਤੇ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਵਾਲੇ ਵੀ ਇਹਦੇ ਵਿੱਚ ਹੀ ਸੀਗੇ ਜਿਨ੍ਹਾਂ ਤੋਂ ਖਾਲੀ ਕਰਵਾਈ ਗਈ ਹੈ। ਬਿਲਕੁਲ 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 ਠੀਕ ਹੈ ਤੁਸੀਂ ਜੀ। ਪਹਿਲੀ ਗੱਲ ਤੇ ਅਸੀਂ ਇਸ ਗੱਲ ਦੀ ਵਧਾਈ ਦਿੰਦੇ ਆ ਵੀ ਜਿਹੜੀ ਬੜੇ ਦੇਰ ਤੋਂ ਅਸੀਂ ਕਹਿ ਰਹੇ ਸੀ ਮਾਨ ਸਾਹਿਬ ਚੰਡੀਗੜ੍ਹ ਦੇ ਕਿਹੜੇ ਵੱਡੇ ਵੱਡੇ ਨਾਰਦ ਬੈਠੇ ਉਹਨਾਂ ਨੂੰ ਹੱਥ ਪਾਓ ਜੇ ਕੋਲ ਜੀ। ਅਜੇ ਵੀ ਉੱਥੇ ਬੜੇ ਨਾਰਦ ਬੈਠੇ ਜਿਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਇਹਦੇ ਵਿੱਚ ਕੋਈ 16 ਕੁ ਪਾਰਟੀਆਂ ਹੈਗੀਆਂ ਜਿਹਦੇ ਕਿ ਫੌਜਾ ਸਿੰਘ ਕੰਸਲਟੈਂਸੀ ਕੋਈ ਹੈਗੀ, ਇੱਕ ਪਾਰਟੀ ਹੈਗੀ ਕੋਈ ਮੇਰੇ ਖਿਆਲ ਉਹਨਾਂ ਕੋਲ 1100 ਏਕੜ ਛੜਾਇਆ ਇਹਨਾਂ ਨੇ ਜੀ।
ਤੇ ਜਿਹੜੇ ਸਾਡੇ ਕਹਿੰਦੇ ਨੇ ਭਗਤ ਸਿੰਘ ਨੂੰ, ਜਿਹੜੇ ਉਹ ਕਹਿੰਦੇ ਨੇ ਮਹਾਰਾਜ ਇਹ ਅੱਤਵਾਦੀ ਆ, ਵੱਖਵਾਦੀ ਆ, ਇਹਨੇ ਇੱਕ ਸਿੱਖ ਕਤਲ ਕਰਤਾ ਸੀ, ਨਜਾਇਜ਼ ਅੰਗਰੇਜ਼ ਮਾਰਤਾ ਸੀਗਾ, ਉਹਨਾਂ ਦੇ ਕੋਲੇ ਵੀ 125 ਏਕੜ ਇਮਾਨ ਸਿੰਘ ਦੇ ਨਾਂ ਤੇ ਜਿਹੜਾ ਇੱਕ ਪ੍ਰਭਜੀਤ ਸਿੰਘ ਸੰਧੂ ਇਹਨਾਂ ਦਾ ਜਿਹੜਾ ਭਣੋਈਆ ਸੀ 28 ਏਕੜ ਉਹਦੇ ਨਾਂ ਤੇ ਸੀ ਜੀ। ਇਸ ਜ਼ਮੀਨ ਦੇ ਵਿੱਚ ਕਰੀਬ 250 ਏਕੜ ਜ਼ਮੀਨ ਆ ਜਿਹੜੀ ਮੈਦਾਨੀ, ਬਾਕੀ ਸਾਰੀ ਪਹਾੜੀ ਖੇਤਰ ਦੇ, ਜਿੱਥੇ ਕੋਈ ਬਾਗ ਲੱਗਾ, ਜਿੱਥੇ ਕੋਈ ਉਹਦਾ ਪਈ ਇਹ ਜ਼ਮੀਨ। ਹੁਣ ਸਾਨੂੰ ਇਹ ਦੱਸ ਦੇਣ ਕਿ ਭਗਤ ਸਿੰਘ ਨੇ ਤੇ ਕੋਈ ਨਜਾਇਜ਼ ਕਬਜ਼ਾ ਨਹੀਂ ਸੀ ਕੀਤਾ ਜੀ, ਭਗਤ ਸਿੰਘ ਨੇ ਕੋਈ ਠੱਗੀ ਨਹੀਂ ਸੀ ਮਾਰੀ। ਹੁਣ ਇਹ ਫੈਸਲਾ ਆਪ ਕਰਨ ਵਾਲਾ ਵੀ ਅੱਤਵਾਦੀ ਕੌਣ ਤੇ ਵੱਖਵਾਦੀ ਕੌਣ ਜੀ। ਭਗਤ ਸਿੰਘ ਨੇ ਤੇ ਕੋਈ ਮਾੜਾ ਕੰਮ ਨਹੀਂ ਸੀ ਕੀਤਾ। ਅਸੀਂ ਮਾਨ ਸਾਹਿਬ ਦੇ ਬਿਲਕੁਲ ਖਿਲਾਫ ਨਹੀਂ। ਸਰਦਾਰ ਸਿੰਘ ਮਾਨ ਨੂੰ ਲੋਕਾਂ ਨੇ ਵੋਟਾਂ ਪਾਈਆਂ, ਕਾਮਯਾਬ ਕੀਤਾ। ਤੁਸੀਂ ਸਾਬਕਾ ਨੂੰ ਬੇਸ਼ੱਕ ਸ਼ਹੀਦ ਬਣੋ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਹਾਂਜੀ ਹਾਂਜੀ। ਜਿਹੜੀ ਤੁਹਾਡੀ ਪਾਲਿਸੀ ਇਸ ਪਾਸੇ ਜਾ ਰਹੀ ਹੈ, ਜੋ ਹੁਣ ਲੋਕੀ ਕਹਿੰਦੇ ਕਿ ਇਹਨਾਂ ਦੀ ਆਪਣੀ ਚਿੱਠੀਆਂ ਨਹੀਂ ਹੈਗੀਆਂ, ਨਹੀਂ ਮਾਫੀ ਮੰਗੀ ਇਹਨਾਂ ਨੇ, ਕਿਹੜੀਆਂ ਸਾਨੂੰ ਨਹੀਂ ਪਤਾ ਇਸ ਗੱਲ ਦਾ। ਉਸ ਲੜਾਈ 'ਚ ਨਹੀਂ ਪੈਂਦੇ ਸੀ, ਲੇਕਿਨ ਇਹ ਤੇ ਕੰਧ ਤੇ ਲਿਖਿਆ ਨਾ ਸਾਬਕਰ ਬਾਰੇ, ਤੇ ਮਾਨ ਸਾਹਿਬ ਨੇ ਗੱਲ ਕੋਈ ਨਹੀਂ ਕੀਤੀ। ਜੇ ਤੁਹਾਡਾ ਸ਼ਹੀਦ ਸਾਬਕਰ ਤੋਂ ਤੁਸੀਂ ਮੰਨੀ ਜਾਓ, ਲੇਕਿਨ ਭਗਵਾਨ ਸਿੰਘ ਜਿਹੜਾ ਲੋਕਾਂ ਦੇ ਦਿਲਾਂ 'ਚ ਵਸਿਆ ਵਾ, ਨੌਜਵਾਨਾਂ ਦੇ ਦਿਲਾਂ 'ਚ ਧੜਕਣ, ਉਹਦੇ ਬਾਰੇ ਕੋਈ ਗੱਲ ਕਰਨ ਤੋਂ ਪਹਿਲਾਂ 10 ਵਾਰੀ ਸੋਚੋ ਤੇ ਇਹਦਾ ਸਪਸ਼ਟੀਕਰਨ ਜ਼ਰੂਰ ਦਿਓ। ਜਿਹੜੀ ਪੰਜਾਬ ਦੀ ਧਰਤੀ 150 ਏਕੜ ਦੇ ਕਰੀਬ ਜਿਹੜੀ ਤੁਹਾਡੇ ਪਰਿਵਾਰ ਨੇ ਮੱਲੀ ਸੀ, ਇਹ ਕਿਉਂ ਮੱਲੀ ਸੀ ਤੇ ਕਾਹਦੇ ਵਾਸਤੇ ਮੱਲੀ, ਤੇ ਇਹ ਕਿੱਥੋਂ ਲਈ ਤੇ ਕਿਵੇਂ ਲਈ? ਬਿਲਕੁਲ ਇਸੇ ਕਰਕੇ ਇਹ ਮਾਨ ਸਾਹਿਬ ਦੀ ਅੱਜ ਪ੍ਰਾਪਤੀ ਬੜੀ ਵੱਡੀ ਹੈਗੀ ਹੈ। ਲੇਕਿਨ ਇਹਦੇ ਵਿੱਚ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਇਹ ਜ਼ਮੀਨ ਛਡਾਈ ਕਿਹੜੀ ਆ, ਕਬਜ਼ਾ ਕਿਹੜਾ ਹੋਇਆ ਸੀ, ਕਿਵੇਂ ਕੀਤਾ ਸੀ। ਆਉਣ ਵਾਲੇ ਪਾਰਟੀਆਂ ਸਾਹਮਣੇ ਆਉਣਗੀਆਂ ਜੀ ਜੀ, ਅਸੀਂ ਕਿਵੇਂ ਕਬਜ਼ੇ ਕੀਤੇ। ਇੱਕ ਪਿੰਡ ਹੈਗਾ ਵਾ ਮਾਜਰੀ ਬਲਾਕ ਚ, ਵੱਡੀ ਛੋਟੀ ਨਾਗਲਾ ਕਹਿੰਦੇ ਨੇ। ਅੱਛਾ ਜੀ। ਇਹ ਜ਼ਿਆਦੀ ਜ਼ਮੀਨ ਉਸ ਏਰੀਆ ਦੀ ਹੈ। ਸ਼ਿਵਾਲਕ ਦੀਆਂ ਪਹਾੜੀਆਂ ਦੀ ਜ਼ਮੀਨ, ਉਹਦੇ ਵਿੱਚ ਜਿਹੜੀ ਜ਼ਮੀਨ ਸ਼ਿਵਾਲੀ ਆ, ਤੇ ਅਸੀਂ ਪਹਿਲਾਂ ਵੀ ਕਹਿੰਦੇ ਸ਼ਿਵਾਲਕ ਦੀਆਂ ਪਹਾੜੀਆਂ ਦਾ ਵੀ ਬੜਾ ਕੁਛ ਹੈਗਾ। ਬਹੁਤ ਕੁਛ ਉਹ ਲੋਕ ਹੁੰਦੇ ਨੇ ਜਿਹਨੇ ਉੱਥੇ ਫਾਰਮ ਹਾਊਸ ਬਣਾਏ ਨੇ, ਜਿਨ੍ਹਾਂ ਨੇ ਕੋਠੀਆਂ ਬਣਾਈਆਂ ਵਾ। ਉਹਨਾਂ ਦੇ ਵਿੱਚ ਸਾਡੇ ਸਾਬਕਾ ਮੰਤਰੀ ਵੀ ਸ਼ਾਮਲ ਨੇ। ਇੱਕ ਮੌਜੂਦ, ਹੁਣ ਦੇਖੋ ਮਾਨ ਸਾਹਿਬ ਦਾ ਨਾਂ ਆ ਗਿਆ ਨਾ, ਉਹਨਾਂ ਦਾ ਬੇਟਾ ਆ ਗਿਆ ਤੇ ਉਹਨਾਂ ਦਾ ਜਵਾਈ ਆ ਗਿਆ। ਅਸੀਂ ਨਹੀਂ ਕਹਿ ਰਹੇ, ਇਹ ਭਗਵਾਨ ਸਿੰਘ ਮਾਨ ਦੇ ਨਾਲ ਬੈਠੇ ਕੁਲਦੀਪ ਸਿੰਘ ਧਾਰੀਵਾਲ, ਜਿਹੜਾ ਬਕਾਇਦਾ ਤੌਰ ਤੇ ਪ੍ਰੈਸ 'ਚ ਉਹਦੇ ਦੋਸ਼ ਲਾਏ ਨੇ ਜੀ ਜੀ। ਜੇ ਉਹ ਪ੍ਰੈਸ 'ਚ ਗੱਲ ਕਹਿੰਦਾ ਤਾਂ ਉਹਨੇ ਰਿਕਾਰਡ ਚੈੱਕ ਕਰਕੇ ਲਾਏ ਨੇ। ਅੱਜ ਉਹ ਮਾਨ ਸਾਹਿਬ ਨੂੰ ਲੈ ਕੇ ਗਿਆ, ਕਬਜ਼ਾ ਕੁਬਜ਼ਾ ਤੇ ਪਹਿਲਾਂ ਸਾਰਾ ਕਲੀਅਰ ਕੀਤਾ ਸੀ। ਸਿਰਫ ਇੱਕ ਸੀ ਵੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਾ ਕੇ ਉੱਥੇ ਦਿਖਾਈ ਆਈਏ ਵੀ ਆਹ ਕੁਛ ਆ, ਵੀ ਬਿਲਕੁਲ ਝਾੜ ਬੂਝੇ ਪੱਟ ਤੇ ਬੂਈਆਂ ਬਾਈਆਂ ਸਾਫ਼ ਕਰਕੇ ਕਰਾ। ਇਹਦੇ ਵਿੱਚ ਇੱਕ ਸਾਬਕਾ ਮੰਤਰੀ ਜਿਹੜੇ ਕਾਂਗਰਸ ਸਾਹਿਬ, ਉਹਨਾਂ ਦਾ ਬੇਟਾ ਵੀ ਸ਼ਾਮਲ ਆ ਮਹਾਰਾਜ। ਅੱਛਾ 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 ਅੱਛਾ। ਉਹਦੀ ਵੀ 5 ਏਕੜ ਜ਼ਮੀਨ ਹੈਗੀ ਜੇ। ਉਹ ਵੀ ਫਾਰਮ ਹਾਊਸ ਬਣਾਉਂਦਾ ਹੋਊਗਾ ਨਾ ਫਿਰ, ਤੁਹਾਨੂੰ ਪਤਾ ਵੀ ਵਿਚਾਲੇ ਪੈਂਦਾ ਬਾਦਲ ਦੇ ਤੇ ਪਟਿਆਲੇ ਦੇ, ਦੋਹਾਂ ਨਾਲ ਹੀ ਸੰਬੰਧ ਰਹੇ ਆ। ਬਿਲਕੁਲ। ਇੱਕ ਕੋਈ ਰਿਪਦਮਨ ਸਿੰਘ ਹੈਗਾ ਵਾ, ਉਹਦੀ 25 ਏਕੜ ਆ। ਇੱਕ ਕੋਈ ਨਵਦੀਪ ਕੌਰ ਹੈਗੀ 15 ਕੁ। ਇੱਕ ਕਹਿੰਦੇ ਪੀਟੀਸੀ ਦੀ ਵੀ ਹੈਗੀ ਹੈ ਕੁੜੀ, ਕੋਈ ਰੀਟਾ ਸ਼ਰਮਾ ਜੀ। ਰੀਟਾ ਸ਼ਰਮਾ ਪੀਟੀਸੀ ਦੀ 4 ਏਕੜ ਦਾ ਉਹਦਾ ਵੀ ਕਬਜ਼ਾ ਹੈਗਾ। ਹਾਂ ਹਾਂ ਹਾਂ। ਇਸ ਕਰਕੇ ਟੋਟਲ ਇਹ ਬਣਦੀ ਹੈ 2828 ਏਕੜ ਜਿਹੜੀ ਛਡਾਈ ਹੈ। ਲੇਕਿਨ ਉਹਦੇ ਵਿੱਚ ਸਿਰਫ 250 ਏਕੜ ਆ ਜਿਹੜੀ ਮੈਦਾਨੀ ਹੈ। ਜਿਹੜੀ ਜ਼ਮੀਨ ਜਿਹੜੀ ਮੈਦਾਨੀ, ਬਾਕੀ ਸਾਰੀ ਪਹਾੜੀ ਖੇਤਰ ਦੀ ਜ਼ਮੀਨ ਹੈ, ਭਾਵੇਂ ਉਹ ਪਹਾੜੀ ਦੀ ਹੈ ਤੇ ਭਾਵੇਂ ਮੈਦਾਨੀ ਦੀ ਹੈ। ਇਹ ਪ੍ਰਾਪਰਟੀ ਪੰਜਾਬ ਸਰਕਾਰ ਦੀ, ਪੰਜਾਬ ਦੇ ਲੋਕਾਂ ਦੀ, ਪੰਜਾਬ ਨੂੰ ਬੜੀ ਚੰਗੀ ਗੱਲ ਹੈ ਜੀ। ਲੇਕਿਨ ਆਉਣ ਵਾਲੇ ਦਿਨਾਂ 'ਚ ਗੱਲ ਸਪਸ਼ਟ ਹੋਏਗੀ, ਜਿਨ੍ਹਾਂ ਬੰਦਿਆਂ ਦੇ 16 ਦਾ ਨਾਂ ਆ, ਉਹ ਆਪਣਾ ਪੱਖ ਕੀ ਪੇਸ਼ ਕਰਦੇ ਸੀ, ਜ਼ਮੀਨ ਕਿਵੇਂ ਖਰੀਦੀ। ਹੁਣ ਧਾਰੀਵਾਲ ਸਾਹਿਬ ਨੇ ਕਹਿ ਦਿੱਤਾ ਵੀ ਇਹ ਪੰਚਾਇਤਾਂ ਦੇ ਜ਼ਮੀਨ ਹਵਾਲੇ ਕਰ ਦਿੱਤੀ ਜਾਊਗੀ। ਪੰਚਾਇਤਾਂ ਦੇ ਜ਼ਮੀਨ ਤੁਸੀਂ ਜੀਸਤ ਦੇ ਹਵਾਲੇ ਕਰੋ ਜੀ, ਲੇਕਿਨ ਕੋਈ ਪਾਲਿਸੀ ਬਣਾ ਕੇ ਕਰੋ ਵੀ ਪੰਚਾਇਤਾਂ ਫਿਰ ਕਿਸੇ ਇਹੋ ਜਿਹੇ ਨਾਦ ਨੂੰ ਲਗਾ ਵੇਚ ਦੇਣ। ਤੁਹਾਡੀ ਸਰਕਾਰ ਬੈਠੀ ਨਹੀਂ ਰਹੀ, ਤੁਸੀਂ ਕੱਲ ਨੂੰ ਚੱਲ ਜਾਣਾ, ਮੁੜ ਕੇ ਫਿਰ ਉਹੀ ਹਾਲ ਹੋ ਜੇ ਪਹਿਲਾਂ ਸੀਗਾ। ਇਸ ਕਰਕੇ ਇਹ ਠੀਕ ਹੈ, ਇਹਨਾਂ ਛਡਾਈ ਆ, ਛਡਾਉਣੀ ਚਾਹੀਦੀ। ਅਸੀਂ ਤੇ ਬਾਕੀ ਵੀ ਗੱਲ ਕਰਾਂਗੇ, ਜਿਹੜੀ ਜ਼ਮੀਨ ਹੋਰ ਦੱਬੀ ਆ ਉਹ ਵੀ ਛਡਾਈ ਜਾਵੇ। ਹਾਈ ਪ੍ਰੋਫਾਈਲ ਏਰੀਆ ਵਾ, ਨਿਊ ਚੰਡੀਗੜ੍ਹ ਮਲਾਈਦਾਰ ਏਰੀਆ ਜੀ। ਬਿਲਕੁਲ 10 ਤੋਂ 15 ਕਿਲੋਮੀਟਰ ਦਾ ਏਰੀਆ ਵਾ ਜਿੱਥੇ ਇਹਨਾਂ ਦੀ ਸਾਡੀ ਜ਼ਮੀਨ ਛਡਾਈ ਹੈ ਜੀ। ਹੁਣ ਲੀਡਰਾਂ ਨੂੰ, ਅਫਸਰਾਂ ਨੂੰ ਪੈ ਜਾਂਦਾ ਜਿਹੜੇ ਥੋੜੇ ਜਿਹੇ ਆ, ਫਿਰ ਥੋੜਾ ਜਿਹਾ ਲੱਗੂਗਾ ਵੀ ਹਾਂ ਪੈ ਗਏ। ਚਲੋ ਇਹ ਵੀ ਲੀਡਰਾਂ ਨੂੰ ਪਏ ਆ, ਚੰਗੀ ਗੱਲ ਹੈ। ਨਹੀਂ, ਉਹਦੇ 2-3 ਗੱਲ ਹੁੰਦੇ ਜੀ। ਇੱਕ ਤੇ ਮਾਨ ਸਾਹਿਬ ਨੇ ਸਪਸ਼ਟ ਕੀਤਾ ਅੱਜ, ਉਹਨੇ ਕਿਹਾ ਜਿਹੜੇ ਲੋਕ ਆਬਾਦ ਕਰ ਰਹੇ 2-2, 4-4 ਏਕੜ ਦੇ, ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ, ਉਹ ਇਸ ਘੇਰੇ 'ਚ ਨਹੀਂ ਆਉਂਦੇ। ਉਹ ਆਪਣੀ ਜ਼ਮੀਨ ਵਾਹੁਣ, ਲੇਕਿਨ ਉਹ ਥੋੜੇ ਵਾਲੀ ਪੇਮੈਂਟ ਕਰਕੇ ਸਰਕਾਰ ਨੂੰ ਆਪਣੇ ਨਾਂ ਤੇ ਪੱਕੇ ਤੌਰ ਤੇ ਜ਼ਮੀਨ ਰਜਿਸਟਰੀ ਕਰਾ ਦੇਣ।
ਇਹ ਵੀ ਇੱਕ ਚੰਗੀ ਗੱਲ ਵੀ ਜਿਹੜੇ ਬੰਦੇ ਆਬਾਦ ਕਰਨੇ, ਜਿਹੜੇ 1900 ਸਾਲ ਤੋਂ ਬੈਠੇ ਨੇ, 250 ਸਵਾ ਸੌ ਸਾਲ ਬੈਠੇ ਨੂੰ ਹੋ ਗਿਆ, ਉਹਦੇ ਦਾਦੇ ਪੜਦਾਦੇ ਉੱਥੇ ਪਹੁੰਚੇ ਸੀਗੇ, ਉਹਨਾਂ ਕੋਲ ਖੁਦ ਜ਼ਮੀਨ ਚੰਗੇ ਨਹੀਂ ਲੱਗਦੇ। ਤੁਸੀਂ ਉਹ ਮਾਨ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਉਹਨਾਂ ਨੂੰ ਅਸੀਂ ਇੱਕੋ ਹੀ ਅਪੀਲ ਕਰਦੇ ਹਾਂ ਕਿ ਉਹ ਆਪਣੀ ਨਾਲ ਜ਼ਮੀਨ ਕੁਝ ਪੈਸੇ ਦੇ ਕੇ ਕਰਵਾ ਲੈਣ। ਜੀ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ, ਆਪਾਂ ਇਹਨਾਂ ਦੀ ਤਾਂ ਗੱਲ ਕਰ ਲਈ। ਹੁਣ ਕਹਿੰਦੇ ਇੱਕ ਅਕਾਲੀ ਆਗੂ ਦੀ ਬੇਟੀ ਵੀ ਕਹਿੰਦੇ ਜੇਲ੍ਹ ਦੇ ਨੇੜੇ ਜੇ ਹੁੰਦੀ ਜਾਂਦੀ ਹੈ, ਹਵਾ ਆ ਰਹੀ ਹੈ। ਇਹ ਬੇਟੀ, ਇਹਦਾ ਨਾਮ ਬਲਜਿੰਦਰ ਕੌਰ ਆ ਜੀ ਸ਼ਾਇਦ ਮੇਰੇ ਖਿਆਲ। ਇਹ ਬੇਟੀ ਨੇ, ਬੀਬੀ ਨੇ ਕੀ ਕੀਤਾ ਵੀ ਪਹਿਲਾਂ ਇਹਨੇ ਇੱਕ ਪੈਟਰੋਲ ਪੰਪ 2005 ਲੈ ਜਾਇਆ ਆਪਣੇ ਨਾਂ ਤੇ, ਇਹ ਹੈਂਡੀਕੈਪਟ ਹੈ ਬੇਸਿਕਲੀ ਜੀ। ਇਹਨੇ ਉਹ ਆਪਣੇ ਨਾਲ ਲੈ ਲਿਆ ਤੇ ਉਹ ਹਿੰਦੁਸਤਾਨ ਪੈਟਰੋਲੀਅਮ ਤੋਂ ਲੈ ਲਿਆ ਤੇ ਉਹ ਅੱਜ ਵੀ ਪੈਟਰੋਲ ਪੰਪ ਇਹਦੇ ਨਾਂ ਤੇ ਚੱਲ ਰਿਹਾ ਵਾ। ਇਹਦੇ ਨਾਂ ਤੇ ਚੱਲਣ ਦੇ ਉੱਤੇ ਉਸ ਤੋਂ ਬਾਅਦ ਇਹਨੇ 2010 ਦੇ ਸਰਕਾਰ ਆਪਣੀ ਸੀ, ਘਰ ਦੀ ਗੱਡੀ ਤੇ ਗੰਨਾ ਉਹ ਗਾਰਡ ਸੀ ਨਾਲ। ਇਹ ਬੀਬੀ ਨੇ ਕੀ ਕੀਤਾ ਵੀ ਉਦੋਂ ਫਿਰ ਸਾਡੇ ਜਿਹੜੇ ਵਾਈਸ ਚਾਂਸਲਰ ਜੀ ਪੰਜਾਬ ਯੂਨੀਵਰਸਿਟੀ ਦੀ, ਉਹ ਵੀ ਪੰਥਕ ਸੁਰ ਵਾਲੇ ਸੀਗੇ, ਜਿਨ੍ਹਾਂ ਨੂੰ ਇੱਕ ਵਾਰੀ ਪੁੱਛਿਆ ਗਿਆ ਸੀ ਵੀ ਵੀਸੀ ਸਾਹਿਬ ਪੋਸਟਾਂ 3 ਸੀ, ਤੁਸੀਂ 23 ਬੰਦੇ ਕਿਵੇਂ ਭਰਤੀ ਕਰ ਲਿਆ ਜੀ। ਉਹ ਕਹਿੰਦਾ ਯਾਰ ਕੀ ਕਰੀਏ, ਆਹ ਬਿਕਰਮ ਮਜੀਠੀ ਦੀ ਸਿਫਾਰਿਸ਼ ਆ ਗਈ ਸੀ, ਆਹ ਜਿਹੜੀ ਸਿਫਾਰਿਸ਼ ਸੀ ਇਹ ਮਜੀਠੀਆ ਸਾਹਿਬ ਦੀ ਆ ਗਈ ਸੀ, ਇਹ ਆ ਗਈ ਸੀ ਸੁਖਬੀਰ ਬਾਦਲ ਦੀ ਆ ਗਈ ਸੀ, ਇਹ ਫਲਾਣੇ ਦੀ ਆ ਗਈ ਸੀ, 3 ਪੋਸਟਾਂ ਤੇ 23 ਬੰਦੇ ਤੁਸੀਂ ਭਰਤੀ ਕਰਨੇ, ਕਿੱਥੋਂ ਫਿਰ ਯੂਨੀਵਰਸਿਟੀ ਦੇ ਜੋੜਾ ਨਿਕਲਣਾ। ਹੁਣ ਇਹ ਬੀਬੀ ਨੇ 2010 ਦੇ ਵਿੱਚ ਬਕਾਇਦਾ ਤੌਰ ਤੇ ਉੱਥੇ ਅਸਿਸਟੈਂਟ ਦੀ ਇੱਕ ਨੌਕਰੀ ਲੈ ਲਈ ਤੇ 2013 ਤੇ 14 ਦੇ ਵਿੱਚ ਬੀਬੀ ਉੱਥੇ ਆਪਣੇ ਰਸੂਖ ਦਾ ਪੱਕੀ ਵੀ ਹੋ ਗਈ ਜੀ। ਹੁਣ ਜਦੋਂ ਕਿਸੇ ਨੇ ਰਾਜਪਾਲ ਨੂੰ ਚਿੱਠੀ ਲਿਖੀ ਤੇ ਰਾਜਪਾਲ ਨੇ ਬਕਾਇਦਾ ਤੌਰ ਤੇ ਇਨਕੁਆਇਰੀ ਮਾਰ ਕਰਤੀ ਵੀ ਦੱਸੋ ਜੀ ਇਹਦੇ ਬਾਰੇ ਕੀ ਕਹਾਣੀ ਹੈ, ਜਿਹੜੀ ਗੱਲ ਬਣੀ ਹੈ ਠੀਕ ਹੈ ਗਲਤ। ਉਹਦੇ ਵਿੱਚ ਇਨਕੁਆਇਰੀ ਹੋਈ ਹੈ। ਇਨਕੁਆਇਰੀ ਦੇ ਵਿੱਚ ਬਿਲਕੁਲ ਸਹੀ ਪਾਇਆ ਗਿਆ ਕਿ ਬਕਾਏ ਇਹ ਬੀਬੀ ਨੇ ਬਿਲਕੁਲ ਗਲਤੀ ਕੀਤੀ ਹੈ। ਇਹਨੇ 2 ਫਾਇਦੇ ਲਏ ਆ ਆਪਣੇ ਵਿਕਲਾਂਗ ਹੋਣ ਦੇ, ਆਪਣੇ ਅੰਗੀ ਹੋਣ ਦੇ। ਇੱਕ ਨੇ ਪੈਟਰੋਲ ਪੰਪ ਲਿਆ ਤੇ ਇੱਕ ਲਿਆ ਵਾ ਨੌਕਰੀ ਲਈ ਹੈ ਤੇ ਇਹ ਗਲਤ ਹੈ ਜੀ। ਉਹਦੇ ਵਿੱਚ ਬੀਬੀ ਜੀ ਨੇ ਕੀ ਕੀਤਾ, ਹੁਣ ਆਪਣੇ ਬਚਾਓ ਨੂੰ ਪਹਿਲਾਂ ਹੀ ਰਿਜ਼ਾਈਨ ਕਰਤਾ ਨੌਕਰੀ ਤੋਂ ਕਿ ਆਪਣਾ ਮੈਂ ਕਿਸੇ ਤਰੀਕੇ ਨਾਲ ਬਚਾਅ ਕਰ ਲਵਾਂ। ਹੁਣ ਬਚਾਅ ਉਹ ਬੀਬੀ ਦਾ ਹੁੰਦਾ ਜਾਂ ਨਹੀਂ ਹੁੰਦਾ, ਉਹ ਤੇ ਭਵਿੱਖ ਦੀ ਬੁੱਕਲ ਤੋਂ ਛੁੱਟਿਆ ਵਾ। ਲੇਕਿਨ ਜਿਹੜੇ ਸਾਡੇ ਹੈਗੇ ਨੇ ਮਾਨਯੋਗ ਵੀਸੀ ਸਾਹਿਬ, ਉਹਨਾਂ ਨੇ ਕਹਿਤਾ ਜੀ ਅਸੀਂ ਇਹ ਪੂਰੀ ਰਿਪੋਰਟ ਤਿਆਰ ਕਰਕੇ ਤੇ ਬਕਾਇਦਾ ਤੌਰ ਤੇ ਅਸੀਂ ਭੇਜਾਂਗੇ ਰਾਜਪਾਲ ਸਾਹਿਬ ਨੂੰ ਜੀ। ਉੱਥੋਂ ਆਏ ਅਗਲੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਜਿਹੜੀ ਆ ਉਹ ਕਾਰਵਾਈ ਕਰਾਂਗੇ। ਇੱਕ ਵਕੀਲ ਨੇ ਉਹਨਾਂ ਨੇ ਆਪਣਾ ਪੱਖ ਰੱਖਿਆ ਜੀ, ਕਾਰਵਾਈ ਬਣਦੀ ਆ, ਤੁਸੀਂ ਉਹਨੂੰ ਭੇਜੋ ਨਾ ਭੇਜੋ, ਇਹ ਵਾਈਸ ਚਾਂਸਲਰ ਦੀ ਆਪਣੀ ਡਿਊਟੀ ਬਣਦੀ ਆ ਵੀ ਉੱਤੇ ਕਾਰਵਾਈ ਕਰੇ, ਪਰਚਾ ਦਰਜ ਕਰੇ 420 ਦਾ ਤੇ। ਜੇ ਪਰਚਾ ਨਹੀਂ ਦਰਜ ਤੇ ਉਹਦੀ ਕਿਤੇ ਆਪਣੀ ਕਮਜ਼ੋਰੀ ਹੋਊਗੀ ਵਾਈਸ ਚਾਂਸਲਰ ਲਈ। ਲੇਕਿਨ ਵਾਈਸ ਚਾਂਸਲਰ ਹੈਗਾ ਅੰਬਰਸਰੀਆ ਤੇ ਅੰਬਰਸਰੀ ਤੁਹਾਨੂੰ ਪਤਾ ਬੰਦੇ ਲੜਾਕੇ ਲੜੂਕੇ ਤੇ ਹੁੰਦੇ ਹੀ ਮਾੜੇ ਮੋਟੇ ਜਿੱਦਾਂ ਦੀ ਗੱਲ ਜੀ ਜੀ। ਤੇ ਉਹ ਹੁਣ ਉਹ ਕਿਵੇਂ ਕਰਦੇ ਤੇ ਪਤਾ ਨਹੀਂ, ਲੇਕਿਨ ਬੀਬੀ ਦੇ ਸੰਕਟ ਦੇ ਬੰਦੇ ਜ਼ਰੂਰ ਬਣਾਉਣ ਲੱਗ ਪਿਆ। ਲੇਕਿਨ ਰਜ਼ਾਈ ਕਰਕੇ ਉਹਨੇ ਸੁਰਖਰੂ ਹੋਣ ਦੀ ਕੋਸ਼ਿਸ਼ ਕੀਤੀ, ਪਰ ਸੁਰਖਰੂ ਸ਼ਾਇਦ ਉਹ ਨਾ ਹੋਵੇ। ਤੇ ਹੁਣ ਜਿਹੜੀ ਗੱਲ ਕਰ ਦਈਏ ਤਾਂ ਪੰਜਾਬ ਦੇ ਵਿੱਚ ਅੰਮ੍ਰਿਤ ਸਰੋਵਰਾਂ ਦੇ ਨਾਂ ਦੇ ਉੱਤੇ ਜਿਹੜੀ ਹੈ ਕੁਝ ਚਰਚਾ ਸ਼ੁਰੂ ਹੋ ਗਈ ਹੈ, ਕ੍ਰਿਟਿਸਿਜ਼ਮ ਸ਼ੁਰੂ ਹੋ ਗਈ ਹੈ। ਜਿੱਥੋਂ ਤੱਕ ਅੰਮ੍ਰਿਤ ਸਰੋਵਰ ਦੀ ਗੱਲ ਆ ਜੀ, ਅਸੀਂ ਬਿਲਕੁਲ ਇਹ ਜਿਹੜਾ ਸਰਕਾਰ ਨੇ ਆਪਣੀ ਨੀਤੀ ਬਣਾਈ ਆ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ, ਧਰਤੀ ਇਸ ਤੇ ਜਿਹੜੀ ਉਹ ਪਾਣੀ ਇਕੱਠਾ ਕਰਨ ਦੀ ਚੰਗੀ ਗੱਲ ਹੈ ਜੀ। ਲੇਕਿਨ ਉਹਦਾ ਜਿਹੜਾ ਨਾਂ ਜਿਹੜਾ ਅੰਮ੍ਰਿਤ ਸਰੋਵਰ ਰੱਖਿਆ, ਉਹਦੇ ਉੱਤੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਕੰਸਰਨਡ ਮੰਤਰੀ ਨੂੰ ਪੱਤਰ ਲਿਖਿਆ ਜੀ, ਭਾਈ ਇਹ ਤੁਸੀਂ ਇਹ ਨਾਂ ਨਹੀਂ ਰੱਖ ਸਕਦੇ ਕਿ ਅੰਮ੍ਰਿਤ ਸਰੋਵਰ ਜਿਹੜੇ ਉਹ ਸਾਡੇ ਇੱਕ ਪੈਕਟ, ਸਾਡੇ ਰਵਾਇਤੀ ਨਾਮ ਆ ਜੀ ਜੀ, ਜਿਹਨੂੰ ਅਸੀਂ ਇੱਕ ਪਵਿੱਤਰ ਸਰੋਵਰ ਦਾ ਨਾਂ ਦਿੱਤਾ। ਤੁਸੀਂ ਇਹਨੂੰ ਟੋਭਿਆਂ ਦੇ ਕਹਿ ਸਕਦੇ ਹੋ, ਟੋਭੇ ਕਹਿ ਦਿਓ, ਛੱਪੜ ਕਹਿ ਦਿਓ, ਜੋ ਮਰਜ਼ੀ ਕਹਿ ਦਿਓ, ਛੱਪੜ ਕਹਿ ਦਿਓ, ਮਰਜ਼ੀ ਕਹਿ ਦਿਓ। ਇਹ ਨਾਂ ਨੂੰ ਤੁਸੀਂ ਬਦਲੀ ਕੀਤਾ ਜਾਵੇ। ਲੇਕਿਨ ਇਹਨਾਂ ਨੇ ਕੀਤਾ ਕੀ ਆ ਹੁਣ ਜੀ, ਇਹਨਾਂ ਨੇ ਜਿਹੜੇ ਆ ਕਰੀਬ ਜਿਹੜੇ 23 ਜ਼ਿਲ੍ਹੇ ਆ, ਇਹਨਾਂ ਦੇ ਵਿੱਚ 1737 ਥਾਵਾਂ ਦੇ ਉੱਤੇ ਇਹਨਾਂ ਨੇ ਅੰਮ੍ਰਿਤ ਸਰੋਵਰ ਬਣਾਉਣ ਦੀ ਗੱਲ ਕੀਤੀ ਹੈ ਜੀ, ਜਿਹਦੇ ਵਿੱਚੋਂ 90 ਜਿਹੜੇ ਆ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਨੇ ਤੇ 45 ਤੇ ਕੰਮ ਸ਼ੁਰੂ ਹੋ ਚੁੱਕਾ ਵਾ ਜੀ। ਬਰਨਾਲੇ ਦੇ ਵਿੱਚ 24 ਥਾਵਾਂ ਦੇ ਤੇ 15 ਤੇ ਕੰਮ ਸ਼ੁਰੂ ਹੋਊਗਾ ਤੇ ਇੱਕ ਪੂਰਾ ਕੰਪਲੀਟ ਹੋ ਚੁੱਕਾ। ਉਹ ਐਤਕੀ 15 ਉਹਦਾ ਅਗਸਤ ਤੋਂ ਉਦਘਾਟਨ ਸ਼ੁਰੂ ਕਰ ਦਿੱਤਾ ਜਾਵੇ, ਆਪਣਾ ਕੰਮ ਕਰਨਾ ਸ਼ੁਰੂ ਕਰ ਦੇਗਾ।
ਤੁਹਾਡੇ ਬਠਿੰਡਾ ਦੇ ਵਿੱਚ 80 ਨੇ ਜੀ ਥਾਵਾਂ ਤੇ 28 ਤੇ ਕੰਮ ਸ਼ੁਰੂ ਹੋ ਚੁੱਕਾ। ਫਰੀਦਕੋਟ ਦੇ ਵਿੱਚ 60 ਨੇ ਤੇ 39 ਥਾਵਾਂ ਤੇ ਕੰਮ ਸ਼ੁਰੂ ਹੋ ਚੁੱਕਾ ਜੀ। ਫਤਿਹਗੜ੍ਹ ਸਾਹਿਬ ਦੇ ਵਿੱਚ 77 ਤੇ 51 ਥਾਵਾਂ ਤੇ ਕੰਮ ਸ਼ੁਰੂ ਹੋ ਚੁੱਕਾ ਤੇ ਫਾਜ਼ਿਲਕਾ ਵਿੱਚ 84 ਤੇ 23 ਤੇ ਕੰਮ ਸ਼ੁਰੂ ਹੋ ਚੁੱਕਾ। ਜੀ ਫਿਰੋਜ਼ਪੁਰ ਵਿੱਚ 81 ਅਤੇ 42 ਤੇ ਕੰਮ ਸ਼ੁਰੂ ਹੋ ਚੁੱਕਾ ਤੇ ਗੁਰਦਾਸਪੁਰ ਚ 92 ਅਤੇ 31 ਤੇ ਕੰਮ ਸ਼ੁਰੂ ਹੋ ਚੁੱਕਾ। ਸ਼ਾਇਦ ਮੈਂ ਕਿਹਾ ਸਭ ਤੋਂ ਵੱਧ ਗੁਰਦਾਸਪੁਰ ਦੇ ਵਿੱਚ ਨਹੀਂ ਤਰਨਤਾਰਨ ਚ ਨਹੀਂ। ਹੁਸ਼ਿਆਰਪੁਰ ਚ 77 ਤੇ ਕੰਮ ਸ਼ੁਰੂ ਹੋ ਚੁੱਕਾ ਤੇ 70 ਥਾਵਾਂ ਦੇ ਤੇ 43 ਤੇ ਕੰਮ ਸ਼ੁਰੂ ਹੋਤਾ। ਜਲੰਧਰ ਵਿੱਚ 81 ਦੇ ਵਿੱਚ ਕੰਮ ਸ਼ੁਰੂ ਥਾਵਾਂ ਤੇ 23 ਤੇ ਕੰਮ ਸ਼ੁਰੂ ਹੋ ਚੁੱਕਾ। ਕਪੂਰਥਲਾ ਵਿੱਚ 84 ਇਹਨਾਂ ਥਾਵਾਂ ਜਿਹੜੀਆਂ ਨਿਸ਼ਾਨਦੇਹੀ ਕੀਤੀ ਹੈ ਤੇ 25 ਤੇ ਕੰਮ ਹੋ ਚੁੱਕਾ ਤੇ ਲੁਧਿਆਣੇ ਵਿੱਚ 77 ਥਾਵਾਂ ਦੀ ਪਛਾਣ ਕੀਤੀ ਹੈ ਤੇ 27 ਤੇ ਕੰਮ ਸ਼ੁਰੂ ਹੋ ਚੁੱਕਾ ਜੀ। ਮਲੇਰਕੋਟਲਾ ਛੋਟਾ ਜਿਹਾ ਜ਼ਿਲ੍ਹਾ ਵਾ ਤੇ ਛੋਟਾ ਜਿਹਾ ਕੰਮ, ਉੱਥੇ 25 ਥਾਵਾਂ ਤੇ 3 ਤੇ ਕੰਮ ਸ਼ੁਰੂ ਹੋ ਚੁੱਕਾ ਤੇ ਮਾਨਸਾ ਵਿੱਚ 80 ਥਾਵਾਂ ਤੇ 33 ਤੇ ਕੰਮ ਸ਼ੁਰੂ ਹੋ ਚੁੱਕਾ ਤੇ ਮੋਗਾ ਦੇ 76 ਤੇ 10 ਥਾਵਾਂ ਤੇ ਕੰਮ ਸ਼ੁਰੂ ਹੋ ਚੁੱਕਾ। ਪਠਾਨਕੋਟ ਦੇ 76 ਥਾਵਾਂ ਤੇ 38 ਤੇ ਕੰਮ ਸ਼ੁਰੂ ਹੋ ਚੁੱਕਾ। ਪਟਿਆਲਾ ਤੇ 87 ਤੇ 35 ਥਾਵਾਂ ਤੇ ਕੰਮ ਸ਼ੁਰੂ ਹੋ ਚੁੱਕਾ ਤੇ ਰੂਪਨਗਰ 77 ਤੇ 29 ਥਾਵਾਂ ਤੇ ਕੰਮ ਸ਼ੁਰੂ ਹੋ ਚੁੱਕਾ ਜੀ। ਐਸ ਨਗਰ 76 ਥਾਵਾਂ ਤੇ 18 ਤੇ ਕੰਮ ਸ਼ੁਰੂ ਹੋ ਚੁੱਕਾ ਤੇ ਸੰਗਰੂਰ ਦੇ ਵਿੱਚ 80 ਤੇ 29 ਥਾਵਾਂ ਤੇ ਕੰਮ ਸ਼ੁਰੂ ਹੋ ਚੁੱਕਾ ਜੀ। SBS ਨਗਰ ਨੂੰ ਹਾਲੀ ਜਿਹਨੂੰ ਕਹਿੰਦੇ ਅਸੀਂ 80 ਤੇ ਥਾਵਾਂ ਤੇ 29 ਦੇ ਕੰਮ ਸ਼ੁਰੂ ਹੋ ਚੁੱਕਾ। 80 ਥਾਵਾਂ ਤੇ 12 ਦੇ ਕੰਮ ਸ਼ੁਰੂ ਹੋ ਚੁੱਕਾ ਤੇ ਮੁਕਤਸਰ ਦੇ ਵਿੱਚ 80 ਥਾਵਾਂ ਤੇ 37 ਦੇ ਕੰਮ ਸ਼ੁਰੂ ਹੋ ਚੁੱਕਾ। ਤਰਨਤਾਰਨ ਸਭ ਤੋਂ ਜ਼ਿਆਦਾ ਵਾ ਜੀ ਜੀ। ਤਰਨਤਾਰਨ ਵਿੱਚ 93 ਥਾਵਾਂ ਤੇ 25 ਤੇ ਕੰਮ ਸ਼ੁਰੂ ਹੋ ਚੁੱਕਾ ਤੇ ਕੁੱਲ 1737 ਥਾਵਾਂ ਬਣਦੀਆਂ ਤੇ 662 ਤੇ ਕੰਮ ਚੱਲ ਰਿਹਾ ਤੇ ਇੱਕ ਕੰਪਲੀਟ ਹੋ ਚੁੱਕਾ ਜੀ। ਹੁਣ SDPC ਕਹਿੰਦੀ ਇਹਦਾ ਨਾਮ ਬਦਲੋ ਤੁਸੀਂ, ਉਹ ਵੀ ਆਪਣੀ ਜਗ੍ਹਾ ਤੇ ਠੀਕ ਆ। ਹੁਣ ਇੱਕ ਜਿਹੜਾ ਇਹਨਾਂ ਦਾ ਇੱਕ ਇਹਨਾਂ ਪ੍ਰੋਜੈਕਟ ਕਰਨਾ ਹੋਊਗਾ ਉਹ 60 ਬਾਈ 66 ਮੀਟਰ ਰਕਬਾ ਹੋਊਗਾ ਤੇ 3 ਮੀਟਰ ਇਹ ਡੂੰਘਾ ਹੋਊਗਾ ਤੇ ਇੱਕ ਦੇ ਵਿੱਚ 1.25 ਕਰੋੜ ਲੀਟਰ ਪਾਣੀ ਆਵੇਗਾ ਜੀ ਤੇ 1.25 ਕਰੋੜ ਪਾਣੀ ਤੇ ਆਵੇਗਾ ਤੇ ਇਕੱਠਾ ਕਰਕੇ ਤੇ ਇਹਨੂੰ ਜਿਹੜਾ ਵਾ ਉਹ ਜਿਸ ਤਰੀਕੇ ਨਾਲ ਆਪਾਂ ਕਹਿੰਦੇ ਵੀ ਰੀਚਾਰਜ ਕਰਨ ਦਾ ਸਿਸਟਮ ਉਸ ਤਰੀਕੇ ਨਾਲ ਸ਼ੁਰੂ ਕੀਤਾ ਜਾਏ ਜੀ। ਇਸ ਕਰਕੇ ਅੰਮ੍ਰਿਤ ਸਰੋਵਰ ਦੇ ਉੱਤੇ ਚੰਗੀ ਗੱਲ ਇਹਨਾਂ ਨੇ ਤੇਜ਼ੀ ਸ਼ੁਰੂ ਕੀਤਾ। ਮਾਨ ਸਾਹਿਬ ਨੇ ਬਹੁਤ ਵਧੀਆ ਗੱਲ, ਹੋਣਾ ਵੀ ਚਾਹੀਦਾ ਵਾ ਤੇ ਆਉਣ ਵਾਲੇ ਸਮੇਂ 'ਚ ਉਮੀਦ ਆ ਕਿ ਹੋਰ ਵੀ ਇਹਨੂੰ ਵਾਧਾ ਹੋਊਗਾ। ਲੇਕਿਨ ਹਾਲ ਦੀ ਕੰਮ ਜਿਹੜਾ ਜੰਗੀ ਪੱਧਰ ਤੇ ਸ਼ੁਰੂ ਹੋਇਆ ਨਹੀਂ ਗਾ, ਲੇਕਿਨ 662 ਥਾਵਾਂ ਤੇ ਸ਼ੁਰੂ ਹੋਇਆ ਵਾ। ਕਿੰਨੇ ਚ ਕੰਪਲੀਟ ਹੁੰਦਾ ਇਹ ਨਹੀਂ ਪਤਾ। ਜਿੱਦਾਂ ਲੋਕਾਂ ਨੂੰ ਅਸੀਂ ਦੱਸਿਆ ਆਪਣੇ ਆਪਣੇ ਜ਼ਿਲ੍ਹੇ 'ਚ ਪਤਾ ਕਰ ਲੈਣ। ਮੇਰੇ ਖਿਆਲ ਸ਼ਾਇਦ ਬਲਾਕ ਪੱਧਰ ਤੇ ਬਲਾਕ 2 ਕੇ ਬਣਾਉਣਗੇ, ਬਹੁਤੇ ਨਹੀਂ ਬਣਾਉਣਗੇ ਜੀ। ਆਮ ਤੌਰ ਤੇ ਜੇ ਪਿੰਡਾਂ ਛੱਪੜ ਜਿਹੜੇ ਕਿਤੇ ਉਹੀ ਸਰੋਈ ਕਰ ਦਿੱਤੇ ਜਾਣ ਤੇ ਮੇਰੇ ਖਿਆਲ ਉਹੀ ਵਾਧੂ ਹੈ ਜੀ, ਉਹੀ ਵਾਧੂ। ਉਹ ਵੀ ਤਾਂ ਉਹੀ ਕੰਮ ਕਰਦੇ ਨੇ। ਜੀ 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 ਹਾਂ। ਸੋ ਮਾਫੀ ਚਾਹੁੰਦੇ ਜੀ, ਅੱਜ ਡਾਇਲ ਟੂ ਲਿਸਨ ਜਾਂ ਕਾਲ ਟੂ ਲਿਸਨ ਨੰਬਰ ਜਿਹੜਾ ਹੈ ਮੈਨੂੰ ਲੱਗਦਾ ਕੰਮ ਨਹੀਂ ਕਰ ਰਿਹਾ। ਕੁਛ ਲਿਸਨਰਸ ਦੀਆਂ ਜਿਹੜੀਆਂ ਸਾਨੂੰ ਮੈਸੇजेस ਆਏ ਨੇ, ਸੋ ਮਾਫੀ ਚਾਹੁੰਦੇ ਉਹਦੇ ਲਈ। ਤੇ ਪੱਟੀ ਸਾਹਿਬ ਕੁਛ ਮੈਂ ਸੁਨੇਹੇ ਲਾ ਦਿਆਂ ਫਿਰ ਵਪਾਰਕ। ਹਾਂਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਜੇਕਰ ਤੁਸੀਂ ਕਿਸੇ ਪ੍ਰਕਾਰ ਦੇ ਵੀ ਸਿਕਨੈਸ ਹੈ, ਤੁਹਾਨੂੰ ਬੜੀ ਪੁਰਾਣੀ ਬਿਮਾਰੀ ਹੈ, ਤਾਂ ਉਹਦਾ ਹੱਲ ਫਿਰ ਡਾਕਟਰ ਹਰਮਿੰਦਰ ਗਿੱਲ ਹੋਰੀ ਸੈਨ ਹੋਜ਼ੇਕ ਵਾਲੇ ਕਰਨਗੇ। ਤੁਸੀਂ ਇਹਨਾਂ ਨਾਲ ਪੰਜਾਬੀ 'ਚ ਅਪੁਆਇੰਟਮੈਂਟ ਬਣਾ ਸਕਦੇ ਹੋ 4087377100 ਦੇ ਉੱਤੇ। ਖੁੱਲ੍ਹ ਕੇ ਤੁਸੀਂ ਫੋਨ ਦੇ ਉੱਤੇ ਤੁਸੀਂ ਆਪਣੀ ਸਲਾਹ ਮਸ਼ਵਰਾ ਕਰ ਸਕਦੇ ਹੋ। ਤੁਹਾਡੀ ਦਵਾਈ ਤੁਹਾਡੇ ਘਰੇ ਪੁੱਜਦੀ ਵੀ ਕਰ ਦਿੰਦੇ ਨੇ। ਵਿਆਹ ਸ਼ਾਦੀ ਹੈ, ਕਿਸੇ ਤਰ੍ਹਾਂ ਦਾ ਗਹਿਣਾ ਗੱਟਾ ਬਣਾਉਣਾ ਹੈ ਜਾਂ ਫਿਰ ਤੁਸੀਂ ਪਿਓਰ ਗੋਲਡ ਲੈ ਕੇ ਰੱਖਣਾ, ਕੋਈ ਬਿਸਕਟ ਲੈਣਾ ਜਾਂ ਹੋਰ ਕੁਛ ਲੈਣਾ, ਤਾਂ ਤੁਸੀਂ ਫਿਰ ਜਾਓ ਜੀ ਸਿੱਧੇ 25416104 ਐਵੀਨਿਊ ਤੇ ਕੈਂਟ 'ਚ AC ਜੁਐਲਰਸ ਤੇ, ਜਿੱਥੇ ਵਿਜੇ ਜੀ ਦਾ ਨੰਬਰ ਹੈ ਜੀ 8568038877। ਇਹ ਕੁੰਦਨ ਦੇ ਸੈੱਟ ਜਿਹੜੇ ਨੇ ਉਹ ਤੁਹਾਨੂੰ ਆਰਡਰ ਤੇ ਵੀ ਬਣਾ ਕੇ ਦਿੰਦੇ ਨੇ। ਵਾਸ਼ਿੰਗਟਨ ਫਰੇਟ ਸਰਵਿਸ ਸ਼ੈਟਲ ਜਿਹੜੀ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ। ਮੈਂ ਧੰਨਵਾਦੀ ਹਾਂ ਜੀ ਬਾਈ ਜੀ ਮਨਰਾਜ ਕੰਗ ਹੋਰਾਂ ਦਾ, ਜਿਹੜੇ ਹਮੇਸ਼ਾ ਹੀ ਰੇਡੀਓ ਪੰਜਾਬ ਟੂਡੇ ਨੂੰ ਸਪੋਰਟ ਕਰਦੇ ਆ ਰਹੇ ਨੇ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸੈਂਟਰ ਸਰਵਿਸ, ਇੱਥੇ ਤੁਸੀਂ ਹਰ ਤਰ੍ਹਾਂ ਦੇ ਹਰ ਮੇਕ ਦੇ ਰੀਫਰ ਜਿਹੜੇ ਆ ਤੁਸੀਂ ਰਿਪੇਅਰ ਕਰਾ ਸਕਦੇ ਹੋ, ਨਵੀਂ ਗੈਸ ਪਵਾ ਸਕਦੇ ਹੋ। ਇਸ ਤੋਂ ਇਲਾਵਾ ਇੰਜਨ ਰੀਬਿਲਟ, ਡੈਫ ਕਲੀਨਿੰਗ, DOT ਸੇਫਟੀ, 3XL ਅਲਾਈਨਮੈਂਟ ਜਾਂ ਟਰੱਕ ਐਂਡ ਟ੍ਰੇਲਰ ਦੇ ਹਰ ਤਰ੍ਹਾਂ ਦੇ ਟਾਇਰ ਲੈਣੇ ਆ ਤਾਂ ਤੁਸੀਂ 8043728800 ਤੇ ਕਾਲ ਕਰ ਸਕਦੇ ਹੋ ਜਾਂ ਫਿਰ ਹਾਈਵੇ 66 ਐਗਜ਼ਿਟ 43 102224 ਰੈਜ਼ੀਡੈਂਸੀ ਰੋਡ ਮਨਾਸਸ ਤੇ ਜਾ ਸਕਦੇ ਹੋ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹਾਨਾ ਐਵੀਨਿਊ ਇੰਡੀਅਨੈਪੋਲਿਸ, ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਐਂਡ ਗ੍ਰੇਟ ਕੁਇਕ ਸਰਵਿਸ।
ਇੱਥੇ तमाम ਮਕੈਨੀਕਲ ਕੰਮਾਂ ਦੇ ਲਈ, ਭਾਵੇਂ ਉਹ ਰੀਫਰ ਹੋਵੇ, ਆਇਲ ਚੇਂਜ ਹੋਵੇ, ਜਾਂ ਫਿਰ ਇੰਜਨ ਰੀਬਿਲਡ, ਟਰਾਂਸਮਿਸ਼ਨ, ਗੇਅਰ, ਜਾਂ ਨਵੇਂ ਜਾਂ ਪੁਰਾਣੇ ਟਰੱਕ ਟਾਇਰ ਲੈਣੇ ਨੇ, ਤਾਂ ਤੁਸੀਂ ਜਾ ਸਕਦੇ ਹੋ। ਪਰਮਜੀਤ ਜੱਸੀ ਨੂੰ ਕਾਲ ਕਰ ਸਕਦੇ ਹੋ 3179797205 ਤੇ, ਜਾਂ 6612045818 ਤੇ ਕਾਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦੀ ਅਕਾਊਂਟਸ ਦੀ ਪ੍ਰੋਬਲਮ ਹੈ, ਭਾਵੇਂ ਬੁੱਕ ਕੀਪਿੰਗ ਹੈ, ਟਰੱਕ ਬੁੱਕ ਕੀਪਿੰਗ ਹੈ, ਜਾਂ ਪਰਸਨਲ ਟੈਕਸਿਸ ਨੇ, ਪੇਰੋਲ ਬਣਾਉਣਾ ਜਾਂ ਪੇਰੋਲ ਟੈਕਸਿਸ ਨੇ, ਤਾਂ ਤੁਸੀਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਹਲ ਤੇ ਲੋਕਪਾਲ ਸਿੰਘ ਸੋਹਲ ਹੋਰਾਂ ਦੇ ਨਾਲ 2535208886 ਤੇ ਕਾਲ ਕਰ ਸਕਦੇ ਹੋ। ਇਹ ਬਹੁਤ ਵਧੀਆ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰਦੇ ਨੇ। ਇਹਨਾਂ ਦਾ ਆਫਿਸ ਹੈ ਜੀ 24915 104 ਐਵੀਨਿਊ, ਕੈਂਟ, ਵਾਸ਼ਿੰਗਟਨ ਦੇ ਵਿੱਚ। ਮੱਖਣ ਨਾਗਰਾ ਇੱਕ ਜਾਣਿਆ ਪਹਿਚਾਣਿਆ ਨਾਂ। ਇਹਨਾਂ ਨੇ ਹੁਣ ਆਪਣਾ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਖੋਲ੍ਹ ਲਿਆ ਜੀ 23609 104 ਐਵੀਨਿਊ, ਕੈਂਟ ਤੇ। ਇੱਥੇ ਤੁਸੀਂ ਡਾਈਨ ਇਨ ਕਰ ਸਕਦੇ ਹੋ। ਜੇ ਤੁਸੀਂ ਫੂਡ ਪਿਕ ਕਰਾਉਣਾ ਤਾਂ ਡਾਊਨਟਾਊਨ 1520 ਬਰਾਡਵੇ ਸੈਟਲ ਤੋਂ ਪਿਕ ਵੀ ਕਰਵਾ ਸਕਦੇ ਹੋ। ਤੁਹਾਡੇ ਘਰ ਇਹ ਕੈਟਰਿੰਗ ਵੀ ਕਰਦੇ ਨੇ, ਸਮਾਨ ਵੀ ਪੁੱਛਦਾ ਕਰਦੇ ਨੇ। ਬਹੁਤ ਵਧੀਆ ਪੰਜਾਬੀ ਖਾਣੇ, ਆਲੂ ਟਿੱਕੀ, ਦਹੀਂ ਭੱਲੇ, ਬਟਰ ਪਨੀਰ, ਬਟਰ ਚਿਕਨ ਤੋਂ ਇਲਾਵਾ ਸੈਲਮਨ ਫਿਸ਼ ਵੀ ਜਿਹੜੀ ਹੈ ਉਹ ਤੁਹਾਡੇ ਲਈ ਬਣਾਉਂਦੇ ਨੇ। ਅਤੇ ਹਰ ਔਨਲਾਈਨ ਡਿਲੀਵਰੀ ਐਪ ਦੇ ਉੱਤੇ ਇਹ ਅਵੇਲੇਬਲ ਨੇ। ਫੋਨ ਨੰਬਰ ਹੈ 2063531699 2532467296 ਦੇ ਉੱਤੇ ਕਾਲ ਕਰ ਸਕਦੇ ਹੋ। ਬਹੁਤ ਸੋਹਣਾ ਘਰ ਬਣਾਉਣਾ ਹੈ, ਕਿਉਂਕਿ ਘਰ ਬਣਾਉਣਾ ਹਰ ਬੰਦੇ ਦਾ ਇੱਕ ਸੁਪਨਾ ਹੁੰਦਾ ਹੈ। ਤਾਂ ਫਿਰ ਵਾਸ਼ਿੰਗਟਨ ਸਟੇਟ ਦੇ ਵਿੱਚ ਗੁਰਿੰਦਰ ਸਿੰਘ ਗਰੇਵਾਲ ਹੋਰਾਂ ਦੇ ਨਾਲ 2069415454 ਦੇ ਉੱਤੇ ਕਾਲ ਕਰ ਸਕਦੇ ਹੋ। ਪੱਟੀ ਸਾਹਿਬ, ਆਪਾਂ ਅੱਗੇ ਗੱਲ ਕਰੀਏ ਜੀ। ਤੇ ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਹੁਣ ਸੁਖਬੀਰ ਸਿੰਘ ਬਾਦਲ ਦਾ ਭਵਿੱਖ ਕੀ ਹੈ? ਕਿਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਘਰੇ, ਤੇ ਕਿਤੇ ਫਿਰ ਇੱਧਰ ਆਪਣੇ ਬਡੂੰਗਰ ਸਾਹਿਬ ਦੇ ਘਰੇ, ਤੇ ਕਿਤੇ ਉਹ ਜਿਹੜਾ ਭਾਈ ਲਿਆਂਦਾ ਸੀ ਇਹਨਾਂ ਨੇ ਮੁਕਤਸਰ ਵਾਲਾ ਜਗਮੀਤ ਸਿੰਘ ਬਰਾੜ, ਉਹ ਕਿਤੇ ਕਿਤੇ ਮੁੱਛਾਂ ਨੂੰ ਤਾ ਦੇ ਦਿੰਦਾ ਹੈ। ਹੁਣ ਕੀ ਲੱਗਦਾ ਹੈ? ਵੇਖੋ, ਜਿਹੜੇ ਬਰਾੜ ਸਾਹਿਬ ਆ, ਜਿਹੜਾ ਉਹਨਾਂ ਪੱਤਰ ਲਿਖਿਆ, ਬੜਾ ਠੋਕ ਜਾ ਕੇ ਪੱਤਰ ਲਿਖਿਆ। ਉਸ ਪੱਤਰ ਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਪ੍ਰਧਾਨ ਸਮੇਤ ਸਾਰੀ ਕੋਰ ਕਮੇਟੀ, ਸਾਰੇ ਜ਼ਿਲ੍ਹਾ ਦਸਤੇਦਾਰ, ਸਾਰੀਆਂ ਅਨੁਸ਼ਾਸਨ ਕਮੇਟੀ, ਜਿੰਨੀਆਂ ਵੀ ਕਮੇਟੀਆਂ ਸਾਰੀਆਂ ਜਿਹੜੀਆਂ ਵਾ ਉਹ ਅਸਤੀਫੇ ਸੌਂਪਣ ਬਲਵਿੰਦਰ ਸਿੰਘ ਭੁੰਦੜ ਨੂੰ। ਤੇ ਨਵੇਂ ਸਿਰੇ ਸਾਰੀ ਚੋਣ ਹੋਵੇ ਤੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਉਹਦੇ ਵਿੱਚ 8 ਬੰਦੇ ਹਾਜ਼ਰ ਹੋਏ ਸੀ ਤੇ 8 ਹਾਜ਼ਰ ਨਹੀਂ ਹੋਏ, ਤੇ 8 ਬੰਦਿਆਂ ਨੇ ਫੈਸਲਾ ਕਰ ਲਿਆ ਵੀ ਨਹੀਂ ਬਈ, ਪ੍ਰਧਾਨ ਅਸਤੀਫਾ ਨਹੀਂ ਦੇਊਗੇ, ਬਾਕੀ ਬਾਰੇ ਸੋਚ ਲਓ ਜੀ। ਕੱਲ ਚੰਦੂ ਮਾਜਰਾ ਸਾਹਿਬ ਦੇ ਜੋ ਘਰ ਗਏ ਨੇ ਸੁਖਬੀਰ ਸਿੰਘ ਬਾਦਲ, ਪਤਾ ਲੱਗਾ ਪ੍ਰਧਾਨ ਸਾਹਿਬ ਆ ਰਹੇ, ਤੇ ਚੰਦੂ ਮਾਜਰਾ ਸਾਹਿਬ ਨੇ ਆਪਣੀਆਂ ਸਾਰੀਆਂ ਅਪੁਆਇੰਟਮੈਂਟ ਕੈਂਸਲ ਕੀਤੀਆਂ ਤੇ ਫਟਾਫਟ ਘਰ ਪਹੁੰਚ ਗਏ। ਇਹਨਾਂ ਦੀ ਬੰਦ ਕਮਰੇ 'ਚ ਮੀਟਿੰਗ ਵੀ ਹੋਈ ਹੈ ਜੀ। ਹੁਣ ਸੁਖਬੀਰ ਸਿੰਘ ਬਾਦਲ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਨਾਰਾਜ਼ ਨੇ ਉਹਨਾਂ ਵਿੱਚ ਪੁਲ ਦਾ ਕੰਮ ਜਿਹੜਾ ਉਹਦਾ ਚੰਦੂ ਮਾਜਰਾ ਸਾਹਿਬ ਕਰਨ। ਚੰਦੂ ਮਾਜਰਾ ਸਾਹਿਬ ਪੁਲ ਦਾ ਕੰਮ ਕਰਦੇ ਕਿ ਪੁਲ ਢੋਣ ਦਾ ਕੰਮ ਕਰਦੇ, ਤੇ ਸਮਾਂ ਦੱਸੂਗਾ ਹੁਣ। ਲੇਕਿਨ ਜਿਹੜਾ ਬੰਦਾ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਹੁੰਦਾ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪ ਕਹਿੰਦੇ ਪੁਲਿਸ ਨੂੰ ਪਿੱਛੇ ਜੋ ਕੱਕੋ ਮੈਨੂੰ ਲੋਕਾਂ ਨੂੰ ਮਿਲ ਦਿਓ, ਮੈਂ ਗੱਲ ਕਰ ਰਿਹਾ ਜੀ। ਤੇ ਸੁਖਬੀਰ ਸਿੰਘ ਬਾਦਲ ਤੁਹਾਨੂੰ ਵੇਖ ਕੇ ਵੀ ਆਪਣਾ ਮੂੰਹ ਠਾਹ ਨੂੰ ਕਰਕੇ ਤੇ ਆਪਣੀ ਸੁਰੱਖਿਆ ਦੇ ਵਿੱਚ ਪਕੜ ਕੇ ਚਲੇ ਜਾਂਦੇ ਸੀ। ਫਰਕ ਇੰਨਾ ਕੁ ਸੀ। ਹੁਣ ਸੁਖਬੀਰ ਸਿੰਘ ਬਾਦਲ ਜਿਸ ਤਰੀਕੇ ਨਾਲ ਤਰਲੇ ਲੈ ਰਹੇ ਨੇ ਵੀ ਮੇਰੀ ਪ੍ਰਧਾਨਗੀ ਬਚੀ ਰਵੇ ਜੀ, ਕੱਲ ਉਹਨਾਂ ਇਕਬਾਲ ਸਿੰਘ ਝੁੰਦਾ ਕੋਲੋਂ ਵੀ ਇੱਕ ਟਿੱਪਣੀ ਕਰਵਾਤੀ ਜਿਹੜੀ ਬੜੀ ਜ਼ਬਰਦਸਤ ਟਿੱਪਣੀ ਸੀ। ਅੱਛਾ ਜੀ। ਉਹਨਾਂ ਨੇ ਕਿਹਾ ਕਿ ਕੁਝ ਲੋਕ, ਕੁਝ ਲੀਡਰ ਜਿਹੜੇ ਭਾਜਪਾ ਦੇ ਇਸ਼ਾਰਿਆਂ ਤੇ ਨੱਚਦੇ ਨੇ ਤੇ ਭਾਜਪਾ ਦੀ ਕਮਾਨ ਥੱਲੇ ਇੱਕ ਨਵਾਂ ਅਕਾਲੀ ਦਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਅਸੀਂ ਉਹਨਾਂ ਨੂੰ ਉੱਗਣ ਨਹੀਂ ਦੇਵਾਂਗੇ। ਭਾਈ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ, ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵੀ ਗੱਲ ਕਰਦਾ ਵੀ ਉਹਨਾਂ ਲੋਕਾਂ ਨਾਲ ਤੁਸੀਂ ਸਾਂਝ ਪਾ ਕੇ ਸਰਕਾਰਾਂ ਚਲਾਈਆਂ ਜਿਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ 'ਚ ਪੂਰੀ ਭੂਮਿਕਾ ਨਿਭਾਈ ਜੀ, ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਮਰਨ ਤੇ ਭੰਗੜੇ ਪਾਏ, ਜਿਨ੍ਹਾਂ ਨੇ ਸਾਕਾ ਨੀਲਾ ਤਰ ਦੇ ਲੱਡੂ ਵੰਡੇ, ਤੇ ਅੱਜ ਤੁਸੀਂ ਇਹ ਕਰ ਰਹੇ ਹੋ ਵੀ ਉਹਦੀ ਕਮਾਂਡ ਥੱਲੇ ਅਕਾਲੀ ਦਲ ਬਣਦੇ। ਕਮਾਂਡ ਥੱਲੇ ਤੇ ਪਹਿਲਾਂ ਹੀ ਹੈਗਾ ਸੀ, ਹੁਣ ਹੀ ਤੁਸੀਂ ਜਾਣ ਲਈ ਤਿਆਰ ਹੈ। ਉਹ ਤੁਹਾਨੂੰ ਪੱਠੇ ਨਹੀਂ ਪਾਉਂਦੇ, ਵੱਖਰੀ ਗੱਲ। ਉਹਨਾਂ ਨੇ ਤੁਹਾਡੇ ਜ਼ਿਲ੍ਹੇ ਤੋਂ ਆਪਣੀ ਪ੍ਰਕਿਰਿਆ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੇ ਮੰਤਰੀਆਂ ਨੇ ਬਠਿੰਡੇ ਆ ਕੇ ਆਪਣੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਵੀ ਅਸੀਂ ਮਾਲਵੇ ਤੇ ਕਬਜ਼ਾ ਕਰ ਲਈਏ ਤੇ ਬਾਝੇ ਤੇ ਦੁਆਬੇ ਥੱਲੇ ਆਪੇ ਹੋ ਜਾਊ। ਉਹਨਾਂ ਸਾਰਾ ਕੰਮ ਸ਼ੁਰੂ ਕਰਤਾ।
ਆਉਣ ਵਾਲੇ ਦਿਨਾਂ 'ਚ ਇਹ ਨਹੀਂ ਪਤਾ ਵੀ ਕਿਹੜੇ ਵੱਡੇ ਵੱਡੇ ਅਕਾਲੀ ਹੋਰ ਵੀ ਭਾਜਪਾ ਜਾ ਸਕਦੇ, ਲੇਕਿਨ ਅਜੇ ਤੱਕ ਭਾਜਪਾ ਨੂੰ ਪੰਜਾਬ ਦੇ ਲੋਕ ਪੱਠੇ ਪਾਉਣ ਲਈ ਤਿਆਰ ਨਹੀਂ ਜੀ। ਹੁਣ ਉਹਦੇ ਕੋਲ ਇੰਨੀ ਗੱਲ ਖਵਾਤੀ, ਉਹ ਇਸ਼ਾਰਾ ਕਿਹਦੇ ਵੱਲ ਸੀਗਾ? ਚੰਦੂ ਮਾਜਰੇ ਵੱਲ ਜੀ। ਤੇ ਚੰਦੂ ਮਾਜਰਾ ਕਹਿੰਦਾ ਸੀ ਮੇਰੀ ਵਾਜਪਾਈ ਸਾਹਿਬ ਨਾਲ ਬਹੁਤ ਵਧੀਆ ਸੰਬੰਧ ਹੈ ਗਿਆ, ਜੇ ਕਿਤੇ ਥੋੜੀ ਜਿਹੀ ਬਾਦਲ ਸਾਹਿਬ ਮਿਲ ਕਰ ਦੇਣ ਤੇ ਮੈਂ ਮੰਤਰੀ ਬਣ ਜੂ, ਪਰ ਨਹੀਂ ਕੀਤੀ ਕਿਸੇ ਨੇ ਜੀ। ਫਿਰ ਜਦੋਂ 2014 ਚ ਇਹ ਚੰਦੂ ਮਾਜਰਾ ਸਾਹਿਬ ਚੁਣੇ ਗਏ ਤੇ ਉਦੋਂ ਬਾਅਦ ਇਹਨਾਂ ਦੀ ਫਿਰ ਇੱਕ ਗੱਲ ਕੀਤੀ ਜਾ ਕੇ ਮੋਦੀ ਸਾਹਿਬ ਨਾਲ ਕੀਤੀ ਗੱਲ, ਰਾਜੇ ਸਿੰਘ ਨਾਲ ਗੱਲ ਕੀਤੀ। ਉਹ ਕਹਿਣ ਲੱਗੇ ਭਾਈ ਗੱਲ ਸੁਣ, ਬਾਦਲ ਸਾਹਿਬ ਕੋਲ ਜਾਂ ਰੋਕਾ ਲਿਆ ਤੇ ਜਾਂ ਫੋਨ ਕਰਾ ਜੇ ਤੈਨੂੰ ਰਾਜ ਮੰਤਰੀ ਪੱਕਾ। ਤੇ ਚੰਦੂ ਮਾਜਰਾ ਸਾਹਿਬ ਬਾਦਲ ਸਾਹਿਬ ਕੋਲ ਗਏ ਤੇ ਬਾਦਲ ਸਾਹਿਬ ਟਿਕਾਓ, ਨਹੀਂ ਕਾਕਾ ਜੀ ਕਿੱਥੇ ਅੱਖ ਲੱਗਦੀ, ਐਵੇਂ ਗੱਲਾਂ ਮਾਰਦੇ ਹੋ, ਕਿਹੜੀ ਗੱਲ ਕਰਦੇ, ਕੋਈ ਨਹੀਂ। ਉਹਨਾਂ ਪਤਾ ਸੀ ਵੀ ਜੇ ਇਹ ਰਾਜ ਮੰਤਰੀ ਬਣ ਗਿਆ ਤੇ ਇਹਨੂੰ ਜ਼ਿਆਦਾ ਪੈਰ ਪਸਾਰ ਹੋਣਗੇ ਤੇ ਉਹਨਾਂ ਦੀ ਨੋਹ ਦਾ ਕੱਦ ਬੁੱਧ ਘਟੂਗਾ ਜੀ। ਇਹ ਗੱਲਾਂ ਚੰਦੂ ਮਾਜਰਾ ਦੇ ਹਿੱਕ ਤੇ ਲਿਖੀਆਂ ਨੇ ਦੀ ਗੱਲ ਨਹੀਂ। ਇਸ ਕਰਕੇ ਉਹ ਕਿਵੇਂ ਕਰਦੇ ਕਿਵੇਂ ਨਹੀਂ ਕਰਦੇ, ਲੇਕਿਨ ਜਿਹੜੀ ਮੇਰੀ ਇਨਫੋਰਮੇਸ਼ਨ ਸੀ ਵੀ ਸੁਖਬੀਰ ਸਿੰਘ ਬਾਦਲ ਨੇ ਕੱਲਿਆ ਮੀਟਿੰਗ ਕਰਕੇ ਉਹਦੇ ਅੱਗੇ ਹੱਥ ਵੀ ਜੋੜੇ, ਭਾਈ ਤੂੰ ਹੁਣ ਪੁਲ ਦਾ ਕੰਮ ਕਰ ਤੇ ਜਿਹੜੇ ਨਾਰਾਜ਼ ਬੰਦੇ ਉਹਨੂੰ ਵਾਪਸ ਲੈ ਕੇ ਜੀ। ਇਹ ਕਿੰਨੇ ਕੁ ਕਾਮਯਾਬ ਹੁੰਦੇ ਨਹੀਂ ਪਤਾ, ਲੇਕਿਨ ਦਾਨੀ ਬਣੇ ਸਾਹਿਬ ਜੀ ਇੱਕ ਗੱਲ ਕਹਿਣੀ ਪਊਗੀ ਜੀ। ਅੱਜ ਲੋਕ ਜਿਹੜੇ ਸਾਡੇ ਪੰਜਾਬ ਦੇ ਨੇ ਆਮ ਆਦਮੀ ਪਾਰਟੀ ਤੋਂ ਲਗਭਗ ਫੈਡ ਹੋ ਚੁੱਕੇ ਹੋ, ਜਾਂ ਤੁਸੀਂ ਜਿਹੜਾ ਉਹ ਸੰਗਰੂਰ ਦਾ ਵੇਖ ਹੀ ਲਿਆ। ਲੋਕਾਂ ਨੇ ਨਾ ਚਾਹੁੰਦਿਆਂ ਵੀ ਸਿਮਰਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਚੁਣ ਲਿਆ ਜੀ। ਜਿਹੜੇ ਉਹਨਾਂ ਗੁਲ ਖਿਲਾਤੇ ਉਹ ਵੀ ਵੇਖ ਲਏ। ਅਕਾਲੀ ਦਲ ਦੀ ਜੋ ਹੋਂਦ ਆ ਤੁਹਾਡੇ ਸਾਹਮਣੇ ਹੈ। ਕਾਂਗਰਸ ਵੀ ਇਸ ਵੇਲੇ ਹਾਸ਼ੀ ਤੇ ਗਈ, ਇੱਥੇ ਪੰਜਾਬ ਦੀ ਨੈਸ਼ਨਲ ਲੈਵਲ ਤੇ ਗਈ ਪਈ ਹੈ। ਇਸ ਕਰਕੇ ਉਹਨਾਂ ਨੂੰ ਦਿਖਾਈ ਕੁਛ ਨਹੀਂ ਦੇ ਰਿਹਾ ਸਿਵਾਏ ਅਕਾਲੀ ਦਲ ਜੀ। ਅਕਾਲੀ ਦਲ ਇਹਦੇ ਵਿੱਚ ਇਹਦਾ ਫਾਇਦਾ ਕਿੰਨਾ ਕੁ ਲੈ ਸਕਦਾ ਵਾ? ਜੇ ਕਿਤੇ ਇਹੀ ਸਿਚੁਏਸ਼ਨ ਬਣੀ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ, ਕੋਈ ਨਵੀਂ ਧਿਰ ਨਾ ਉੱਠੀ ਜਿਹੜੀ ਲੋਕਾਂ ਨੂੰ ਸਮਰਪਿਤ ਹੋਵੇ, ਤੇ ਫਿਰ ਅਕਾਲੀ ਦਲ ਨੂੰ ਉਹਦੇ ਵਿੱਚ ਥੋੜਾ ਜਿਹਾ ਬਹੁਤ ਥੋੜਾ ਬਲ ਮਿਲ ਸਕਦਾ ਵਾ ਜੇ ਤਰੀਕੇ ਨਾਲ ਚੱਲਣ ਤੇ। ਵੱਡੇ ਬਾਦਲ ਸਾਹਿਬ ਨਹੀਂ ਚਾਹੁੰਦੇ ਵੀ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਵੇ, ਕਦੀ ਵੀ ਨਹੀਂ ਚਾਹੁੰਦੇ। ਉਹਨਾਂ ਨੇ ਕਹਿਤਾ ਵੀ ਕਾਕਾ ਜੇ ਆਪਣੇ ਘਰੋਂ ਇੱਕ ਵਾਰੀ ਪ੍ਰਧਾਨਗੀ ਚਲੀ ਮੁੜ ਕੇ ਨਹੀਂ ਮੁੜਦੀ, ਮੁੜ ਕੇ ਤੁਹਾਨੂੰ ਲਾਗੇ ਨਹੀਂ ਲੱਗਣ ਲੱਗੇ। ਨਾਲ ਇਹ ਵੀ ਕਹਿਤਾ ਵੀ ਭਗਵੰਤ ਮਾਨ ਜਿਸ ਤਰੀਕੇ ਨਾਲ ਭ੍ਰਿਸ਼ਟਾਚਾਰ ਦੇ ਪਿੱਛੇ ਪਿਆ, ਤੇਰੇ ਖਿਲਾਫ ਕੋਈ ਮੁਕੱਦਮਾ ਦਰਜ ਕਰਕੇ ਤੈਨੂੰ ਜੇਲ੍ਹ ਸੁੱਟ ਦੇਣੇ ਤੇ ਤੇਰੀ ਕਿਸੇ ਮੁਲਾਕਾਤ ਨਹੀਂ ਕਰਨ ਜਾਣੀ। ਇਹ ਗੱਲਾਂ ਜਿਹੜੀਆਂ ਇਹ ਸਾਰੀਆਂ ਕਾਊਂਟ ਕਰਦੀਆਂ ਤੇ ਸੁਖਬੀਰ ਸਿੰਘ ਬਾਦਲ ਜਿਹੜੀ ਉਹ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ, ਉਹ ਜਿੰਨਾ ਕੁ ਕਰਦੇ ਉਹਨਾਂ ਕੁ ਮਗਰ ਪਿੱਛੇ ਖਰਾਬ ਹੋ ਜਾਂਦਾ ਜੀ। ਕਿਉਂਕਿ ਇਹ ਜਿਹੜੀ ਉਹ ਸਿਆਸੀ ਆਗੂ ਨਹੀਂ ਰਹੇ, ਉਹ ਆਗੂ ਨਹੀਂ ਜਿਹੜੇ ਕੱਚੇ ਪਰਨੇ ਵਾਲੇ ਹੁੰਦੇ ਸੀਗੇ, ਦਰਿਆ ਤੇ ਬਹਿਣ ਵਾਲੇ ਹੁੰਦੇ ਸੀ, ਸੜਕਾਂ ਤੇ ਬਹਿਣ ਵਾਲੇ ਹੁੰਦੇ ਸੀ ਜੀ। ਇਹ ਆਗੂ ਹੁਣ ਆ ਏਸੀ ਕਮਰਿਆਂ ਤੇ ਏਸੀ ਗੱਡੀਆਂ ਚ ਰਹਿਣ ਵਾਲੇ। ਇਹਨਾਂ ਚ ਭਾਵਨਾ ਨਹੀਂ ਅਕਾਲੀ ਦਲ ਹੁੰਦੀ, ਉਹਨਾਂ ਚ ਅਕਾਲੀ ਦਲ ਨੂੰ ਕੰਮ ਕਰਨਾ ਥੋੜਾ ਜਿਹੀ ਮੁਸ਼ਕਲ ਪੇਸ਼ ਆਏਗੀ ਜੀ। ਜੀ ਅੱਛਾ, ਫਿਰ ਬੀਜੇਪੀ ਨੇ ਕਰ ਲਿਆ ਜੀ ਸ਼ੁਰੂ ਆਪਣਾ ਕੰਮ ਸਾਡੇ ਮਾਲਵੇ ਤੋਂ? ਕਿਵੇਂ ਲੈ ਕੇ ਚੱਲਦੇ? ਲਗਭਗ ਬਠਿੰਡੇ ਦੇ ਵਿੱਚ ਸ਼ੁਰੂ ਕਰਤਾ, ਉਹਨਾਂ ਪ੍ਰਕਿਰਿਆ ਸ਼ੁਰੂ ਕਰਤੀ, ਆਪਣੇ 2-3 ਦਿਨ ਦੇ ਕੈਂਪ ਲਾਤੇ ਉਹਨਾਂ ਨੇ ਜੀ। ਉਹ ਸੋਚਦੇ ਬਠਿੰਡੇ ਤੇ ਕਬਜ਼ਾ ਕਰ ਲਓ ਤਦ ਦੇ ਮਾਲਵੇ ਤੇ ਕਬਜ਼ਾ ਹੋ ਜਾਂਦਾ, ਤੇ ਗੱਲ ਵੀ ਕੁਛ ਹੱਦ ਤੱਕ ਸਹੀ ਉਹਨਾਂ ਦੀ ਹੈਗੀ ਹੈ। ਉੱਥੋਂ ਉਹਨਾਂ ਰਾਜਸਥਾਨ ਵੀ ਨੇੜੇ ਪੈ ਜਾਂਦਾ ਵਾ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਪਾਲਿਸੀ ਅਡਾਪਟ ਕੀਤੀ ਹੈ ਵੀ ਜਿਹੜੇ ਮੰਤਰੀ ਨੇ ਸਾਡੇ ਕੇਂਦਰੀ ਮੰਤਰੀ, ਜਿਵੇਂ ਪੁਰੀ ਸਾਹਿਬ ਨੇ, ਹਰਦੀਪ ਸਿੰਘ ਪੁਰੀ, ਉਹਨਾਂ ਨੂੰ ਕਹਿ ਦਿੱਤਾ ਵੀ ਜਿੱਥੇ ਆਪਣੀ ਵੇਖ ਲਓ ਵੀ ਕਿਹੜੇ ਹਲਕੇ 'ਚ ਆਪਾਂ ਹਰੇ ਆ ਜੀ, ਕਿਹੜੇ ਵਿਧਾਨ ਸਭਾ 'ਚ ਆਪਾਂ ਨੂੰ ਵੋਟਾਂ ਮਿਲੀਆਂ, ਤੇ ਜਿੱਥੇ ਤੇ ਵੋਟਾਂ ਚੰਗੀਆਂ ਮਿਲੀਆਂ ਉੱਥੇ ਮਹੀਨੇ 'ਚ ਇੱਕ, ਤੇ ਜਿੱਥੇ ਘੱਟ ਮਿਲੀਆਂ ਉੱਥੇ ਮਹੀਨੇ 'ਚ 2 ਗੇੜੀਆਂ ਤੋਂ ਦੇਖੀਆਂ ਲੋਕਾਂ ਨੂੰ ਮੀਟਿੰਗਾਂ ਕਰਨੀਆਂ ਜੀ। ਤੇ ਕੇਂਦਰੀ ਭਰਤੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਆਇਆ ਜੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ, ਤੇ ਵੇਖੋ ਇਹ 2 ਰਿਪੋਰਟਾਂ ਵੱਖੋ ਵੱਖਰੀਆਂ ਨੇ। ਪਰ ਉਸ ਤੋਂ ਪਹਿਲਾਂ ਆਪਾਂ ਆਹ ਗੱਲ ਕਰੀਏ ਜੀ, ਜਿਹੜੇ ਪੰਜਾਬ ਦੇ IAS ਤੇ IPS ਅਫਸਰ ਬਾਹਰ ਭੱਜ ਰਹੇ ਨੇ ਡੈਪੂਟੇਸ਼ਨ ਤੇ ਜਾਣ। ਹਾਂ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਇਸ ਵੇਲੇ ਪੰਜਾਬ ਦੇ ਜਿਹੜੇ IAS ਤੇ IAS ਅਫਸਰ ਤੇ ਹੈਗੇ ਨਾ ਜੀ, IPS ਅਫਸਰ, ਇਹ ਇੱਥੋਂ ਛੱਡ ਕੇ ਬਾਹਰ ਜਾਣ ਨੂੰ ਜਿਹੜੀ ਪ੍ਰੈਫਰ ਕਰਦੇ। ਕਿਉਂ ਕਰਦੇ ਇਹ ਤਾਂ ਉਹੀ ਜਾਣਦੇ ਹੋਣਗੇ, ਲੇਕਿਨ ਇਸ ਤੋਂ ਪਹਿਲਾਂ ਸਾਡੇ 11 IAS ਤੇ IPS ਅਫਸਰ ਜਿਹੜੇ ਉਹ ਕਹਿ ਕੇ ਵੀ ਅਸੀਂ ਜਾ ਰਹੇ, ਉਹ ਉੱਥੇ ਡੈਪੂਟੇਸ਼ਨ ਦੇ ਬਾਹਰ ਬੈਠੇ ਜੀ। ਕੋਈ ਦਿੱਲੀ ਬੈਠਾ, ਕੋਈ ਕਿਤੇ ਬੈਠਾ। 6 ਅਫਸਰ ਹੋਰ ਜਿਹੜੇ ਉਹ ਤਿਆਰ ਬੈਠੇ, ਉਹਨਾਂ ਵੀ ਸਰਕਾਰ ਨੂੰ ਕਹਿਤਾ ਵੀ ਭਾਈ ਸਾਡਾ ਇੱਥੇ ਗੁਜ਼ਾਰਾ ਨਹੀਂ ਹੈਗਾ। ਬੜਾ ਮੁਕਤਸਰ ਤੋਂ ਨਿੰਬਲੇ ਸੀਗੇ ਜਿਹੜੇ ਉਹ ਚਲੇ ਗਏ NIA ਦੇ ਵਿੱਚ। ਜੀ NIA ਚਲੇ ਗਏ।
ਸਾਡੇ ਡੀਜੀਪੀ ਚਲ ਬਿਲਕੁਲ ਗੁਪਤਾ ਚਲੇ ਗਏ, NIA ਚਲੇ ਗਏ, ਉੱਥੇ ਲੱਗੇ ਨੇ, ਬਾਕੀ ਕੀ ਰਹਿ ਗਿਆ? ਹੁਣ ਇਹਦੇ ਵਿੱਚ ਜਿਹੜੇ ਸਾਡੇ ਸਾਬਕਾ ਚੀਫ ਸੈਕਟਰੀ ਨੇ ਅਨੁਰੂਪ ਤਿਵਾੜੀ, ਉਹ ਵੀ ਤਿਆਰ ਨੇ, ਉਹ ਸੀਮਾ ਜੈਨ ਉਹ ਵੀ ਤਿਆਰ ਹੈ। ਇਸ ਤਰ੍ਹਾਂ 6 ਅਫਸਰ ਜਿਹੜੇ ਹੋਰ ਲਾਈਨ 'ਚ ਲੱਗੇ ਵੀ ਸਾਨੂੰ ਇੱਥੋਂ ਭੇਜ ਦਿਓ, ਸਾਨੂੰ ਲੋੜ ਨਹੀਂ ਹੈ। ਐਸੇ ਭੀੜ ਸੰਗੀੜ ਅਸੀਂ ਕੰਮ ਨਹੀਂ ਕਰ ਸਕਦੇ। ਤਿਵਾੜੀ ਨੂੰ ਕਿਉਂ ਬਦਲਿਆ ਗਿਆ ਸੀ ਜੀ? ਤਿਵਾੜੀ ਨੂੰ ਬਦਲਾ ਇਸ ਕਰਕੇ ਗਿਆ ਸੀ, ਉਹਨੂੰ ਰਾਘਵ ਚੱਡੀ ਨੇ ਕਿਹਾ ਸੀ ਕਿ CM ਨੂੰ ਫਾਈਲ ਵਿਖਾਉਣ ਤੋਂ ਪਹਿਲਾਂ ਮੈਨੂੰ ਦਿਖਾ। ਦਿਹਾੜੀ 'ਚ 2-2 3-3 ਚੀਫ ਸੈਕਟਰੀ ਨੂੰ ਬੁਲਾਉਂਦੇ ਸੀ, ਉਹਨੇ ਕਿਹਾ ਜੀ ਮੈਂ ਤੁਹਾਡੇ ਕੋਲ ਨਹੀਂ ਆ ਸਕਦਾ, ਤੁਸੀਂ ਆਥੋਰਾਈਜ਼ ਨਹੀਂ। ਉਹਨਾਂ ਜਾ ਕੇ ਮਾਨ ਸਾਹਿਬ ਨੇ ਮੁੱਖ ਮੰਤਰੀ ਨੂੰ ਗੱਲ ਕਹਿਤੀ ਸੀ, ਆਹ ਗੱਲ ਹੋ ਰਹੀ ਹੈ ਤੇ ਮੈਂ ਇਹ ਕੰਮ ਨਹੀਂ ਕਰ ਸਕਦਾ, ਮੈਂ ਤੁਹਾਨੂੰ ਤੁਹਾਡੇ ਨਾਲ ਸੰਬੰਧਤ ਹੈ, ਮੈਂ ਤੁਹਾਨੂੰ ਜੋ ਫਾਈਲ ਕੋ ਤੁਹਾਡੇ ਨਾਲ ਡਿਸਕਸ ਕਰੂੰਗਾ, 10 ਵੱਲੋਂ 10 ਵਜੇ ਆਊਂਗਾ ਜੀ, ਲੇਕਿਨ ਮੈਂ ਉੱਥੇ ਨਹੀਂ ਜਾ ਸਕਦਾ। ਤੇ ਉਹਨਾਂ ਬਦਲੀ ਕਰਾਤੀ ਉਹਨਾਂ ਦੀ। ਹੁਣ ਉਹ ਇਹ ਲੋਕ ਇੱਥੇ ਘੁੱਟਣ ਮਹਿਸੂਸ ਕਰਦੇ ਆ ਜਿਸ ਤਰੀਕੇ ਨਾਲ ਉਹ ਮੁੰਡਾ ਰਾਘਵ ਚੱਡਾ ਬੋਲਦਾ ਇਹਨਾਂ ਨੂੰ ਤੂੰ ਕਰਕੇ ਬੜਾ ਕਹਿੰਦੇ ਉਹ ਤਾਂ ਪੈਂਦਾ ਹੀ ਐ ਕੁੱਦ ਕੇ, ਜਿਵੇਂ ਬੰਦਾ ਦਿਹਾੜੀ ਤੇ ਅਫਸਰ ਲੈਂਦੇ ਹੁੰਦੇ। ਬਿਲਕੁਲ ਸਹੀ ਗੱਲ ਤੁਹਾਡੀ ਗੱਲ, ਬਿਲਕੁਲ ਸਹੀ ਗੱਲ ਹੈ। ਇਸ ਕਰਕੇ ਉਹਦੇ ਤੋਂ ਖਫਾ, ਤੇ ਇਹ ਖਫਾ ਹੋਣ ਕਰਕੇ IAS ਮੈਨੂੰ ਲੱਗਦਾ ਸਾਰੇ ਭੱਜਣੇ ਜੇ ਸਭ ਜਿਹੜੀ ਬਣਦਿਆ ਸਾਡਾ ਇੱਥੇ ਮਾਹੌਲ ਬਣਦਿਆ ਵਾ। ਤੁਹਾਨੂੰ ਪਤਾ ਹੋਏਗਾ ਇੱਕ ਵਾਰੀ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਕਿਹਾ ਸੀ, ਸ਼ਾਇਦ ਮੈਂ 97-98 ਦੀ ਗੱਲ ਹੈ ਜੀ, ਉਦੋਂ IAS ਅਫਸਰ ਰੌਲਾ ਪਿਆ ਸੀ, ਉਹਨੇ ਕਿਹਾ ਕੀ ਲੋੜ ਸਾਨੂੰ IAS ਅਫਸਰਾਂ ਦੀ? ਸਾਡੇ ਕੋਲ ਇੱਥੇ ਆਪਣੇ PC ਅਫਸਰ ਹੈਗੇ ਨੇ, PC ਜਿਹੜੇ IAS ਬਣੇ ਸਾਡੇ ਕੋਲ ਹੈਗੇ ਨੇ, ਬਿਲਕੁਲ ਵੱਧ ਕੰਮ ਕਰਨ ਵਾਲੇ, ਵੱਧ ਮਿਹਨਤ ਕਰਨ ਵਾਲੇ, ਇੱਥੋਂ ਦੀ ਸਾਈਕੀ ਨੂੰ ਜਾਣਦੇ, ਸੱਭਿਆਚਾਰ ਦੇ ਲੋਕਾਂ ਨੂੰ ਜਾਣਦੇ, ਸਾਰੇ ਜਾਣਦੇ ਕਿ ਉਹਨਾਂ ਕੋਲੋਂ ਕੰਮ ਕੋਈ ਨਹੀਂ ਲੈਂਦੇ। ਬਾਹਰ ਦੇ ਬੰਦੇ ਜਿਹਨੂੰ ਪਤਾ ਹੀ ਨਹੀਂ, ਨਾ ਸਾਡੀ ਭਾਸ਼ਾ ਤੋਂ ਵਾਕਫ ਆ, ਨਾ ਸਾਡੇ ਸੱਭਿਆਚਾਰ ਤੋਂ ਵਾਕਫ ਨੇ, ਉਹਨਾਂ ਕੋਲ ਅਸੀਂ ਕੰਮ ਕੀ ਲੈਣਾ ਜੀ। ਲੇਕਿਨ ਜਿਹੜੇ ਨਿਯਮ ਨੇ ਸਾਡੇ ਕੇਂਦਰ ਸਰਕਾਰ ਦੇ, ਉੱਤੇ ਮੰਨਣੇ ਪੈਣੇ ਨਾ। ਕਰੀਬ ਮੈਂ ਕਿਹਾ 126 ਕਿ 127 ਜਿਹੜੇ ਸਾਡੇ IAS ਅਫਸਰ ਜਿਹੜੇ ਨੇ ਪੰਜਾਬ ਦੇ ਵਿੱਚ ਹੈਗੇ ਨੇ ਜੀ, ਉਹਦੇ ਵਿੱਚ ਮੈਂ ਕਿਹਾ 50 ਤੇ ਉਹੀ ਹੋਣੇ ਜਿਹੜੇ ਪਿੱਛੇ ਤੋਂ ਅੱਗੇ ਪ੍ਰਮੋਟ ਹੋਏ ਨੇ, ਤੇ ਜੇ ਬਾਕੀਆਂ ਦੇ ਵਿੱਚੋਂ ਜਿਹੜੇ 20-25 ਚੱਲ ਗਏ, ਬਾਕੀ ਰਹਿ ਕੀ ਗਿਆ? ਬਿਲਕੁਲ ਕੁਝ ਨਹੀਂ ਰਹਿ ਗਿਆ ਪੱਲੇ। ਇਸ ਕਰਕੇ ਉਹ ਅਫਸਰ ਜਿਹੜੇ ਉਹ ਕਾਫੀ ਖਫਾ ਨੇ ਸਰਕਾਰ ਦੇ ਕੰਮਕਾਰ ਤੋਂ, ਵੀ ਇੱਕ ਮੁੱਖ ਮੰਤਰੀ, ਇੱਕ ਸੁਪਰ ਮੰਤਰੀ ਆ ਤੇ ਇੱਕ ਚੀਫ ਮੁੱਖ ਮੰਤਰੀ ਹੈ, ਕਹਿੰਦੇ ਨੇ ਅਸੀਂ ਤਿੰਨਾਂ ਕੋ ਹਾਜ਼ਰੀ ਨਹੀਂ ਭਰ ਸਕਦੇ। ਇਸ ਕਰਕੇ ਉਹ ਦੌੜਨ ਦੀ ਤਿਆਰੀ 'ਚ 6 ਬੰਦੇ ਜਿਹੜੇ ਸਾਰੇ ਉਹ ਹੈਗੇ ਨੇ, ਉਹ ਬਣਾਏ ਸੀ, ਅਸੀਂ ਬਣਾਏ ਚੋਣ ਕਮਿਸ਼ਨ ਬਣਾਏ ਸੀ, ਇੰਚਾਰਜ ਸੀ ਮਿਸਟਰ ਰਾਜੂ, ਉਹ ਵੀ ਤਿਆਰ ਨੇ, ਉਹ ਕਹਿੰਦੇ ਮੈਂ ਜੀ ਕੰਮ ਕਰ ਸਕਦਾ ਜੀ। ਤੇ ਫਿਰ ਕੇਂਦਰੀ ਮੰਤਰੀ ਤੋਮਰ ਦੇ ਬਿਆਨ ਦੀ ਵੀ ਗੱਲ ਕਰ ਦਿਓ। ਤੇ ਫਿਰ ਕੇਂਦਰੀ ਮੰਤਰੀ ਵੇਖੋ, ਕੇਂਦਰੀ ਮੰਤਰੀ ਨੇ ਜਦੋਂ ਪੁੱਛਿਆ ਗਿਆ ਉੱਥੇ ਦੱਸੋ ਵੀ ਖੁਦਕੁਸ਼ੀਆਂ ਪੰਜਾਬ ਦੇ ਵਿੱਚ ਕਿੰਨੀਆਂ ਕਿਸਾਨਾਂ ਕੀਤੀਆਂ ਪਿਛਲੇ 18, ਉਹਨਾਂ ਕਿਹਾ ਜੀ ਪਿਛਲੇ 18 ਸਾਲਾਂ 'ਚ 1805 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ, ਜੋ ਸਾਡੇ ਕੋਲ ਰਿਕਾਰਡ ਮੇਨਟੇਨ ਆ ਜੀ। ਲੇਕਿਨ ਸਾਡੀ ਐਗਰੀਕਲਚਰ ਯੂਨੀਵਰਸਿਟੀ ਨੇ ਇਹਦੇ ਸਮੇਂ ਜਿਹੜਾ ਸਰਵੇ ਕੀਤਾ, ਉਹ ਕਹਿੰਦੇ ਨਹੀਂ, ਇਹ 9261 ਹੈ ਗਿਣਤੀ ਇਹਨਾਂ ਦੀ। ਉਹਨਾਂ ਦਾ ਸਰਕਾਰ ਦਾ ਤੇ ਇਹਨਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਕਿਉਂਕਿ ਦਾਨੇ ਵਾਲੇ ਸਾਹਿਬ ਅਜੇ ਵੀ ਮੈਂ ਕਹੂੰਗਾ ਕਈਆਂ ਨੇ ਆਪਣੀ ਜਿਹੜੀ ਆ ਖੁਦਕੁਸ਼ੀਆਂ ਦੇ ਖਾਤੇ 'ਚ ਬਿਲਕੁਲ ਨਹੀਂ ਕਰਾਈ। ਕਈ ਲੋਕ ਪਿੰਡਾਂ ਜਿਹੜੇ ਵੀ ਹੈਗਾ ਚਲ ਛੱਪਰਾ ਜਲ ਤੇ ਵੱਟ ਕੋ ਕਰਨਗੇ ਤਾਂ ਕੀ ਲੋੜ, ਆਪਾਂ ਕਹਿ ਦੇ ਇੱਥੇ ਮਰ ਗਿਆ ਜੀ, ਕੋਈ ਗੱਲ ਨਹੀਂ, ਹਾਰਟ ਅਟੈਕ ਹੋਇਆ ਜੀ, ਕੋਈ ਗੱਲ ਨਹੀਂ ਜੀ। ਉਹ ਅਜੇ ਕੇਸ ਸਾਡੇ ਪਾਸੇ ਨੇ। ਲੇਕਿਨ ਫੇਰ ਵੀ ਜਿਹੜੇ ਇਸ ਵੇਲੇ ਸਰਵੇ ਦੇ ਦੌਰਾਨ ਆਏ ਆ, ਕਿੱਥੇ 1805 ਤੇ ਕਿੱਥੇ 9261 ਜੀ। ਇਹ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਕੇਂਦਰ ਸਰਕਾਰ ਨੂੰ ਲਿਖੇ ਵੀ ਅਸੀਂ ਜੋ ਸਰਵੇ ਕੀਤਾ, ਉਹ ਇਹ ਰਿਪੋਰਟ ਆਪਣੀ ਰਿਪੋਰਟ ਠੀਕ ਕਰੋ ਜੀ। ਤੁਸੀਂ ਉੱਥੇ ਗਲਤ ਫਿਗਰ ਦੇਈ ਜਾ ਰਹੇ ਹੋ। ਤੁਹਾਨੂੰ ਪਤਾ ਹੋਏ ਨਾ, ਜਦੋਂ ਕਿਸਾਨ ਸ਼ਹੀਦ ਹੋਏ, ਜਿਹੜੇ ਕਿਸਾਨ ਸਾਡੇ ਮੋਰਚੇ 'ਚ ਗਏ ਸੀਗੇ ਜੀ, ਉਹਦੇ ਵਿੱਚ 750 ਦੇ ਕਰੀਬ ਕਿਸਾਨ ਜਿਹੜੇ ਸੀ ਉਹ ਮਾਰੇ ਗਏ ਸੀਗੇ। ਬਿਲਕੁਲ ਜੀ। ਉਦੋਂ ਉਹਨਾਂ ਨੇ ਕੇਂਦਰ ਨੂੰ ਜਦੋਂ ਪੁੱਛਿਆ ਗਿਆ ਲੋਕ ਸਭਾ 'ਚ, ਸਾਨੂੰ ਮੰਤਰੀ ਸਾਹਿਬ ਇਹ ਦੱਸੋ ਵੀ ਕਿੰਨੇ ਕਿਸਾਨ ਮਾਰੇ ਗਏ, ਸਾਡੇ ਕੋਲ ਰਿਕਾਰਡ ਹੀ ਨਹੀਂ ਹੈਗਾ। ਮੁੱਕਰੀ ਗਿਆ ਸੀ, ਸਾਡੇ ਕੋਲ ਰਿਕਾਰਡ ਹੀ ਨਹੀਂ ਹੈਗਾ। ਤੇ ਭਾਈ ਤੇਰੀ ਸਰਕਾਰ ਕਾਹਦੀ ਹੈ ਫਿਰ ਰਿਕਾਰਡ ਨਹੀਂ ਹੈਗਾ ਜੀ? ਸਰਕਾਰ ਕੋਲੇ ਤੇ ਇੱਕ ਬੰਦੇ ਦਾ ਰਿਕਾਰਡ ਹੁੰਦਾ ਵਾ, ਤੁਸੀਂ ਸਾਡੇ ਕੋਲ ਰਿਕਾਰਡ ਨਹੀਂ ਹੈਗਾ। ਇਸ ਕਰਕੇ ਇਹ ਵੀ 1805 ਦੀ ਰਿਪੋਰਟ ਇਹਨਾਂ ਕਿੱਥੋਂ ਲਈ ਆ ਤੇ ਇਹ ਜਾਣਦੇ ਨੇ। ਲੇਕਿਨ ਚਾਹੀਦਾ ਇਹ ਆ ਕਿ ਇਹ ਰਿਕਾਰਡ ਪੂਰੀ ਤਰ੍ਹਾਂ ਮੇਨਟੇਨ ਕਰਨਾ ਚਾਹੀਦਾ, ਤੇ 2007 ਤੋਂ ਲੈ ਕੇ 2018 ਦੀ ਇਹ ਰਿਪੋਰਟ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਪਟੇਲ ਸਾਹਿਬ, ਮਿਹਰਬਾਨੀ ਸ਼ੁਕਰੀਆ। ਸੋ ਇਸ ਵਕਤ ਮੇਰੇ ਨਾਲ ਸਟੂਡੀਓ 'ਚ ਸਰਦਾਰ ਜਗਦੀਪ ਸਿੰਘ ਨਕਈ ਹੋਰੀ ਭਾਜਪਾ ਆਗੂ ਜੁੜੇ ਹੋਏ ਨੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕੁਝ ਵਪਾਰਕ ਸੁਨੇਹੇ ਲੈ ਲਈਏ ਤੇ ਫਿਰ ਅੱਗੇ ਚੱਲਦੇ ਹਾਂ। ਅਕਾਲ
ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 या फिर कॉल करो 204 777 0460। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਟਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktruckliube.com। QTL, because we care। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਸਰਦਾਰ ਜਗਦੀਪ ਸਿੰਘ ਨਕਈ ਜੁੜ ਗਏ ਨੇ। ਨਕਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦਾਨੇਵਾਲ ਸਾਹਿਬ, ਸਤਿ ਸ਼੍ਰੀ ਅਕਾਲ। ਨਕਈ ਸਾਹਿਬ, ਤੁਸੀਂ ਪਹਿਲਾਂ ਅਕਾਲੀ ਦਲ ਸੀ, ਬਹੁਤ ਨਜ਼ਦੀਕੀ ਸੀਗੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ। ਚਲੋ 100 ਘਟਨਾਵਾਂ ਹੁੰਦੀਆਂ ਨੇ, ਦੋ ਭਰਾਵਾਂ ਦੇ ਵੀ ਜਿਹੜੇ ਕਈ ਵਾਰੀ ਨਹੀਂ ਵਿਚਾਰ ਮਿਲਦੇ ਹੁੰਦੇ। ਪਿਆਰ ਮੁਹੱਬਤ ਤਾਂ ਉਸੇ ਤਰ੍ਹਾਂ ਰਹਿੰਦੀ ਹੈ। ਪਰ ਕੀ ਕਰੀਏ ਦਾਨੇਵਾਲ ਸਾਹਿਬ, ਸਾਰੀ ਉਮਰ ਕੱਢ ਲਈ ਜੀ। ਉਧਰ ਤਕਲੀਫ ਤਾਂ ਹੁੰਦੀ ਹੈ, ਜਿਵੇਂ ਅੱਜ ਦੇਖੀਦਾ ਕਿ ਅਕਾਲੀ ਦਲ ਦਾ ਕੀ ਹਸ਼ਰ ਹੋ ਗਿਆ, ਕੀ ਨਹੀਂ, ਵੀ ਕਿੱਧਰ ਨੂੰ ਗਿਆ। ਜਦੋਂ ਅਸੀਂ ਗੱਲ ਹੀ ਨਹੀਂ ਸੁਣਨੀ ਕਿਸੇ ਦੀ, ਫਿਰ ਉਹ ਇਸ ਤਰ੍ਹਾਂ ਹੀ ਗੱਲਾਂ ਹੁੰਦੀਆਂ। ਦੇਖੋ, ਭਰਾ ਤਾਂ ਚਾਹੇ ਛੋਟਾ ਹੋਵੇ ਵੱਡਾ ਹੋਵੇ, ਸੁਣਨੀ ਤਾਂ ਚਾਹੀਦੀ ਹੈ ਨਾ। ਬਿਲਕੁਲ। ਤੇ ਜਿਹੜਾ ਪ੍ਰਧਾਨ ਹੈ ਉਹ ਪਾਰਟੀ ਦਾ ਪਿਓ ਹੁੰਦਾ। ਬਿਲਕੁਲ। ਜਿੱਥੇ ਦੋ ਭਾਂਡੇ ਉੱਥੇ ਖੜਕਦੇ ਵੀ ਹੈ। ਇਹ ਵੀ ਸੋਲਵ ਕਰਨ ਦਾ ਉਹਦਾ ਹੱਕ। ਬਿਲਕੁਲ। ਤੁਸੀਂ BJP ਜੁਆਇਨ ਕੀਤੀ, ਟੋਟਲੀ ਡਿਫਰੈਂਟ ਜਿਹੜਾ ਹੈਗਾ ਦੋਨਾਂ ਪਾਰਟੀਆਂ ਦੀ ਵਿਚਾਰਧਾਰਾ, ਇੱਕ ਡਿਫਰੈਂਟ ਵਿਚਾਰਧਾਰਾ। ਇੱਕ ਗੱਲ ਕਰੀਏ ਤਾਂ ਕਿਸ ਤਰ੍ਹਾਂ ਲੱਗ ਰਿਹਾ? ਸਮਾਂ ਹੋ ਗਿਆ ਐਡਜਸਟ ਕਰਦਿਆਂ ਨੂੰ, ਹੁਣ ਤੁਸੀਂ ਉਹਨਾਂ ਦਾ ਟ੍ਰੇਨਿੰਗ ਕੈਂਪ ਵੀ ਲਾ ਕੇ। ਦਾਨੇਵਾਲ ਸਾਹਿਬ, ਐਕਚੁਅਲੀ ਜਦੋਂ ਇਹ ਗੱਡੀ ਚੱਲ ਰਹੀ ਸੀ, ਪਿਛਲੇ ਸਾਲ ਚਵਾ-ਚਵੀ ਹੋ ਰਹੀ ਸੀ, ਉਦੋਂ ਇੱਕ SGPC ਮੈਂਬਰ ਮੈਨੂੰ ਮਿਲਿਆ ਜੀ। ਤੇ SGPC ਮੈਂਬਰ ਮੈਨੂੰ ਕਹਿਣ ਲੱਗਿਆ, ਕਹਿੰਦਾ ਠੀਕ ਹੈ, ਲੋਕ ਕਹਿੰਦੇ ਨੇ ਵੀ ਆਏ ਆ BJP, ਪਰ ਜੋ ਕੁਛ ਮੋਦੀ ਸਾਹਿਬ ਨੇ ਸਿੱਖਾਂ ਵਾਸਤੇ ਕਰਤਾ ਜੀ, ਉਹ ਅੱਜ ਤੱਕ ਕਿਸੇ ਨੇ ਕੀਤਾ ਨਹੀਂ। ਤੇ ਉਹਨੇ ਇੱਕ ਲੰਬੀ ਲਿਸਟ ਮੇਰੇ ਅੱਗੇ ਬਣਾ ਕੇ ਰੱਖਤੀ ਜੀ, ਜਿਹੜਾ ਕਿ 10-12 ਪੁਆਇੰਟ ਉਹਨੇ ਲਿਖ ਕੇ ਦਿੱਤੇ। ਵੀ ਇੱਕ ਤਾਂ ਕਾਲੀ ਸੂਚੀ ਦੀ ਉਹਨੇ ਗੱਲ ਕੀਤੀ, ਵੀ ਕਾਲੀ ਸੂਚੀ ਖਤਮ ਕੀਤੀ, ਜਿਹੜੇ ਕਿਸੇ ਅਖਬਾਰ ਬੈਠੇ ਸੀਗੇ ਜੀ। ਫਿਰ ਦਿੱਲੀ 'ਚ
ਜਦੋਂ ਕਿ ਦੰਗੇ ਹੋਏ ਨੇ, ਜਿਹੜੇ ਦੰਗਾ ਪੀੜਤ ਸੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜੀ ਹਾਂਜੀ ਮੋਦੀ ਸਾਹਿਬ ਨੇ, ਜਿਹੜਾ ਕਿ ਹਰ ਵਾਰੀ ਅਕਾਲੀ ਦਲ ਢੰਡੋਰਾ ਪਿੱਟਦਾ ਹੁੰਦਾ ਸੀ ਤੇ ਜਿਹੜੇ ਕਿ ਉਹ 1984 ਦੀਆਂ ਵਿਧਵਾਵਾਂ ਹੁੰਦੀਆਂ ਸੀ ਉਹਨਾਂ ਨੂੰ ਅੱਗੇ ਕਰ ਦਿੰਦੇ ਸੀ। ਦੇਖੋ, ਤੇ ਉਹ ਜਿਹੜੇ ਜਿਨ੍ਹਾਂ ਨੇ ਦੰਗੇ ਕਰਾਏ ਉਹਨਾਂ ਨੂੰ ਵੀ ਸਜ਼ਾ ਦਿੱਤੀ ਤੇ ਅੱਜ ਉਹ ਕੇਸ ਚੱਲ ਰਹੇ ਨੇ ਤੇ ਆਪਦੀ ਕੀਤੀਆਂ ਭੁਗਤ ਰਹੇ ਨੇ। ਫਿਰ ਸੱਚਖੰਡ ਦਰਬਾਰ ਸਾਹਿਬ ਉੱਤੇ ਜਿਹੜੀ FCRA ਜਿਹੜੀ ਬੰਦ ਸੀ ਉਹ ਬਹਾਲ ਕੀਤਾ। ਇਹ ਬਾਹਰਲਾ ਕੋਈ ਟੈਕਸ ਟੁਕਸ ਲੱਗਦਾ ਹੁੰਦਾ ਸੀ ਜਿਹੜਾ ਕਿ 1984 ਤੋਂ ਬੰਦ ਸੀ, ਉਹ ਦੁਬਾਰੇ ਬਹਾਲ ਕੀਤਾ ਜੀ। GST ਖਤਮ ਕੀਤੀ, ਦਵਿੰਦਰਪਾਲ ਭੁੱਲਰ ਦੀ ਫਾਂਸੀ ਦੀ ਸਜ਼ਾ ਉਹ ਕੀਤੀ। ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਕਿ ਇੰਨਾ ਮਹੱਤਵਪੂਰਨ ਸੀ ਉਹ ਦੇਖੋ ਸਾਡੇ ਦੇਸ਼ ਵਾਸਤੇ ਖੋਲ੍ਹਿਆ, ਜਿਹਨੂੰ ਕਿ ਸਾਰਾ ਜੱਗ ਜਾਣਦਾ। ਫਿਰ ਹੋਰ ਬੜੀਆਂ ਗੱਲਾਂ ਕੀਤੀਆਂ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮਨਾਈ ਗਈ ਹੈ ਜੀ। ਤੇ ਫਿਰ ਆਪਣੇ ਜਿਹੜੇ ਕਿ ਵੀਰਬਾਲ ਦਿਵਸ, ਜਿਹੜੇ ਕਿ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦਾ ਉਹ ਜਦੋਂ ਜੋੜ ਮੇਲਾ ਚੱਲਦਾ, ਤੁਸੀਂ ਜਾਣਦੇ ਹੋ ਕਿ ਕਿਵੇਂ ਸਿੱਖ ਕੌਮ ਆਪਾਂ ਜਾਣਦੇ ਹਾਂ ਤੇ ਕਿਵੇਂ ਉਤਸ਼ਾਹ ਭਰਦਾ ਜੀ ਵੀ ਉਹਨਾਂ ਦੀ ਸ਼ਹਾਦਤ ਨੂੰ ਦੇਖ ਕੇ ਉਤਸ਼ਾਹ ਭਰਦਾ। ਉਹ ਵੀਰਬਾਲ ਦਿਵਸ ਉਹਨਾਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ, 26 ਦਸੰਬਰ ਦੀ ਉਹਨਾਂ ਨੇ ਛੁੱਟੀ ਦਾ ਐਲਾਨ ਕੀਤਾ। ਫਿਰ ਉਹਨਾਂ ਨੇ 400 ਸਾਲਾ ਨੌਵੇਂ ਪਾਤਸ਼ਾਹ ਦਾ ਜਿਹੜਾ ਕਿ ਪ੍ਰਕਾਸ਼ ਪੁਰਬ ਸੀ ਜੀ, ਉਹਨਾਂ ਨੇ ਕਿਹਾ ਕਿ ਉੱਥੋਂ ਹੀ ਮਨਾਵਾਂਗੇ ਜਿੱਥੋਂ ਕਿ ਫਰਮਾਨ ਗਿਆ ਸੀ ਉਹਨਾਂ ਦੀ ਸ਼ਹਾਦਤ ਵਾਸਤੇ ਜੀ। ਉਹ ਉੱਥੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਤੇ ਇੱਕ ਲਾਲ ਕਿਲੇ ਤੇ ਅਲੌਕਿਕ ਨਜ਼ਾਰਾ ਸੀ। ਸੋ ਇਹੀਆਂ ਜਿਹੀਆਂ ਗੱਲਾਂ ਜੋ ਵੇਖੀ ਨੇ ਵੀ ਐਕਚੁਅਲੀ ਵੀ ਪਾਰਟੀ ਕੰਮ ਕਰ ਰਹੀ ਹੈ, ਪਾਰਟੀ ਕੰਮ ਕਰ ਰਹੀ ਹੈ। ਇਹ ਨਹੀਂ ਹੈ ਕਿ ਵੀ ਹਰਵਾਈ ਗੱਲਾਂ, ਕਿਉਂਕਿ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਵੀ ਅੱਜ ਤੱਕ ਅਕਾਲੀ ਦਲ ਇਹ ਕਹਿੰਦਾ ਹੁੰਦਾ ਸੀ ਵੀ 1984 ਦੰਗੇ, ਪਰ ਕੀਤਾ ਕਰਾਇਆ ਕੱਖ ਨਹੀਂ ਸੀ। ਹਲਕਾ ਇੱਕ ਪੁਰਾਣੇ ਮਿਨਿਸਟਰ ਵੀ ਰਹੇ ਨੇ, ਜੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਇਸ ਵੇਲੇ ਕਾਂਗਰਸ 'ਚ ਨੇ, ਪਹਿਲਾਂ ਅਕਾਲੀ ਦਲ 'ਚ ਹੁੰਦੇ ਸੀ, ਅਫਸਰ ਰਹੇ ਨੇ। ਉਹ ਇਹ ਕਹਿੰਦੇ ਹੁੰਦੇ ਵੀ ਜਦ 97 ਸਰਕਾਰ ਸੀ ਵੀ ਜਿਹੜੇ ਕਿ ਦੰਗਾ ਪੀੜਤ ਨੇ ਵੀ ਸਾਨੂੰ ਉਹਨਾਂ ਨੂੰ ਮੁੜ ਵਸੇਬੇ ਵਾਸਤੇ ਇੱਕ ਸੈਕਟਰ ਕੱਟ ਦੇਣਾ ਚਾਹੀਦਾ ਤੇ ਉਹਨਾਂ ਨੂੰ 2-2 ਗਜ ਦੇ ਪਲਾਟ ਦੇ ਦੇਣੇ ਚਾਹੀਦੇ ਜਾਂ ਉਹਨਾਂ ਨੂੰ ਬੂਥ ਬਣਾ ਕੇ ਦੇਣੇ ਚਾਹੀਦੇ ਤਾਂ ਕਿ ਉਹਨਾਂ ਦਾ ਮੁੜ ਵਸੇਬਾ ਹੋਵੇ। ਪਰ ਸਾਡਾ ਕਿਸੇ ਇਸ ਪਾਸੇ ਧਿਆਨ ਹੀ ਨਹੀਂ ਸੀ। ਵੈਸੇ ਇੱਕ ਚੀਜ਼ ਜਿਵੇਂ ਤੁਸੀਂ ਗੱਲ ਕੀਤੀ ਕਿ ਬਦਕਿਸਮਤੀ ਕਹਿ ਸਕਦੇ ਕਿ ਪੰਜਾਬ ਦੀ ਸਿਆਸਤ ਜਿਹੜੀ ਸੀ, ਜਾਂ ਖਾਸ ਕਰਕੇ ਮੈਂ ਇੱਕੋ ਗੱਲ ਕਹਾਂ ਕਿ ਅਕਾਲੀ ਦਲ ਨੂੰ ਮੰਨਿਆ ਜਾਂਦਾ ਸੀ, ਸਿੱਖਾਂ ਦੀ ਤੇ ਪੰਜਾਬੀਆਂ ਦੀ ਗੱਲ ਕਰਦਾ, ਉਹਦੇ ਡੀਰੇਲ ਹੋ ਗਏ, ਉਹਨਾਂ ਦਾ ਐਟੀਟਿਊਡ ਹੋਰ ਬਣ ਗਿਆ। ਪਰ ਗੱਲ ਕਰੀਏ ਨਾਲ ਦੀ ਨਾਲ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ BJP ਜਿਹੜੀ ਹੈਗੀ ਆ ਉਹ ਵਪਾਰੀਆਂ ਦੀ ਪਾਰਟੀ ਆ। ਇਹ ਇੱਕ ਹੁਣ BJP ਦਾ ਸਾਡਾ ਸਿਖਲਾਈ ਕੈਂਪ ਚੱਲਿਆ ਇੱਥੇ 3 ਦਿਨਾਂ ਦਾ, ਪਹਿਲਾਂ ਵੀ 1-2 ਮੀਟਿੰਗਾਂ ਹੋਈਆਂ, ਉੱਥੇ ਬਕਾਇਦਾ ਇਹ ਗੱਲ, ਕਿਉਂਕਿ BJP ਤੇ ਅਕਾਲੀ ਦਲ ਦਾ ਗਠਬੰਧਨ ਅੱਜ ਤੋਂ ਨਹੀਂ ਸੀ, ਬਹੁਤ ਪੁਰਾਣਾ ਹੈ। ਜਦ ਜਨਸੰਘ ਸੀ ਜਦੋਂ ਕਿ ਦੀਵੇ ਦਾ ਨਿਸ਼ਾਨ ਹੁੰਦਾ, ਮੈਨੂੰ ਯਾਦ ਅਸੀਂ ਛੋਟੇ ਹੁੰਦੇ ਤੇ ਸੁਖਦੇਵ ਸਿੰਘ ਢਿੱਲੋਂ ਇਲੈਕਸ਼ਨ ਲੜਦੇ, ਉਦੋਂ ਟਰੈਕਟਰਾਂ ਤੇ ਇਲੈਕਸ਼ਨ ਲੜਦੇ, ਇੱਕ ਪਾਸੇ ਅਕਾਲੀ ਦਲ ਦਾ ਝੰਡਾ ਹੁੰਦਾ, ਦੂਜੇ ਪਾਸੇ ਦੀਵੇ ਦਾ ਝੰਡਾ ਹੁੰਦਾ। ਵੀ ਉਦੋਂ ਤੋਂ ਗੱਲ ਚੱਲੀ ਆਈ ਸੀ। ਤੇ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਚਲੋ ਵੀ ਜ਼ਿਆਦਾ ਨਿੰਦਣਾ ਵੀ ਨਹੀਂ ਚਾਹੁੰਦਾ, ਵੀ ਕਈ ਕਾਰਨ ਰਹੇ ਕਿ ਇੱਥੇ ਉੱਠਣ ਵੀ ਨਹੀਂ ਦਿੱਤੀ ਇਸ ਏਰੀਏ 'ਚ ਪਾਰਟੀ ਉੱਠਣ ਨਹੀਂ ਦਿੱਤੀ ਤੇ ਉਹ ਆਪੇ ਉਹ ਸੀਮਤ ਹੋ ਕੇ ਰਹੇਗੀ। ਹੁਣ ਜੇ ਆਪਾਂ ਗੱਲ ਕਰ ਲਈਏ ਅਬੋਹਰ ਫਾਜ਼ਿਲਕਾ ਦੀ, ਉੱਥੇ ਜਿੰਨੇ ਹੈਗੇ ਚੌਧਰੀ ਸਾਰੇ ਜਿਹੜੇ ਜਾਟ ਨੇ ਉਹੀ ਲੀਡਰ ਰਹੇ ਨੇ BJP ਦੇ, ਤੇ ਜਦੋਂ ਇੱਥੇ ਉੱਠਣ ਨਹੀਂ ਦਿੱਤੀ ਤੇ ਆਪੇ ਆਪਾਂ ਕਹਿ ਸਕਦੇ ਹਾਂ ਕਿ ਇਹ ਵੈਸੇ ਆਮ ਤੌਰ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਕਿ ਟ੍ਰੇਨਿੰਗ ਕੈਂਪ ਜਿਹੜਾ ਹੈ ਬਹੁਤ ਘੱਟ ਲੱਗਦਾ, BJP ਤੇ ਲੱਗਿਆ। ਕੀ ਕੁਛ ਤੁਹਾਨੂੰ ਇਹ 2-3 ਦਿਨ ਇਹ ਵੇਖੋ, ਇੱਕ ਤਾਂ ਬਹੁਤ ਸਾਰੇ ਸੱਜਣ ਸੀਗੇ ਜਿਹੜੇ ਕਿ ਨਵੇਂ ਸੀ, ਜਿਵੇਂ ਸਾਡੇ ਵਰਗੇ ਸੀ, ਪਹਿਲੇ ਵਾਰੀ ਇਹ ਟ੍ਰੇਨਿੰਗ ਕੈਂਪ ਵੇਖਿਆ। ਤੇ ਇੱਕ ਤਾਂ ਜਿਹੜੀ ਸਾਰਿਆਂ ਨਾਲੋਂ ਵਧੀਆ ਗੱਲ ਜਿਹੜੀ ਮੈਨੂੰ ਲੱਗੀ ਕਿ ਬਹੁਤ ਹੀ ਜ਼ਿਆਦਾ ਡਿਸਪਲਿਨਡ ਕੰਮ ਸੀ ਜੀ। ਸਟੇਜ ਤੇ ਕੁਰਸੀਆਂ ਉਹੀ ਲੱਗਦੀਆਂ ਜਿਹਨੇ ਕਿ ਬੋਲਣਾ ਹੁੰਦਾ, ਜਾਂ ਕੋਈ ਜਿਵੇਂ ਕੋਈ ਜਿਹਨੇ ਸੰਬੋਧਨ ਕਰਨਾ ਹੁੰਦਾ ਜਾਂ ਫੰਕਸ਼ਨ ਹੁੰਦਾ, ਹੋਰ ਕੋਈ ਨਹੀਂ ਸੀ। ਚਾਹੇ ਕੋਈ ਵੱਡੇ ਤੋਂ ਪੈਰ ਨਹੀਂ ਦਰੜਦੇ ਸੀ, ਚਾਹੇ ਕੋਈ ਵੱਡੇ ਤੋਂ ਵੱਡਾ ਹੁੰਦਾ ਉਹ ਵੀ ਥੱਲੇ ਆ ਕੇ ਬੈਠਦੇ ਸੀ, ਚਾਹੇ ਸਾਡੇ ਬਾਹਰੋਂ ਜਿਹੜੇ ਸਪੀਕਰ ਆਏ ਉਹ ਵੀ ਥੱਲੇ ਆ ਕੇ ਬੈਠੇ, ਤੇ ਜਦੋਂ ਬੁਲਾਇਆ ਗਿਆ ਫੇਰ ਉੱਪਰ ਗਏ। ਤੇ ਇੱਕ ਵੀ BJP ਦੀਆਂ ਪਾਲਿਸੀਜ਼ ਬਾਰੇ ਹੋਰ ਸਾਰਾ ਕੁਛ, ਵੀ ਕਿਸ ਤਰ੍ਹਾਂ BJP ਉੱਠੀ, ਕਿਸ ਤਰ੍ਹਾਂ ਕੰਮ ਕਰ ਰਹੀ ਹੈ ਤੇ ਕਿਸ ਤਰ੍ਹਾਂ ਦਾ ਵੀ ਦੇਸ਼ ਪ੍ਰਤੀ ਗੱਲ ਕਰ ਰਹੀ ਹੈ। ਵੀ ਦੇਖੋ ਇਹ ਗੱਲ ਤਾਂ ਹੈ ਨਾ ਵੀ 7 ਸਾਲ ਹੋ ਗਏ, 8 ਸਾਲ ਮੋਦੀ ਸਾਹਿਬ ਦੀ ਸਰਕਾਰ ਬਣੀ ਨੂੰ, ਵੀ ਅੱਜ ਤੱਕ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਕਿ ਜਿਸ ਤੇ ਆਪਾਂ ਕਿੰਤੂ ਪਰੰਤੂ ਕਹਿ ਦਈਏ। ਜਿਵੇਂ ਕਿ ਕਾਂਗਰਸ ਸਰਕਾਰ ਸੀ, ਹਰ
ਸਾਲ ਹੀ ਕੋਈ ਨਾ ਕੋਈ ਸਕੈਂਡਲ ਅੱਗੇ ਆ ਜਾਂਦਾ ਸੀ ਵੀ ਉਸ ਤਰ੍ਹਾਂ ਦਾ ਤਾਂ ਕੋਈ ਹੈ ਨਹੀਂ ਨਾ ਜੀ। ਅੱਛਾ, ਇੱਕ ਚੀਜ਼ ਦੱਸੋ ਖਾਸ ਕਰਕੇ, ਕਿਉਂਕਿ ਮੈਨੂੰ ਯਾਦ ਆ ਜਦੋਂ ਪ੍ਰਮੋਦ ਮਹਾਜਨ ਨੇ ਕੈਂਪੇਨ ਸੰਭਾਲੀ ਸੀ ਬੀਜੇਪੀ ਦੀ, ਤੇ ਮਾਫੀ ਚਾਹੁੰਦਾ, ਉਦੋਂ ਮੈਂ ਵੀ ਥੋੜ੍ਹਾ ਜਿਹਾ ਕੈਂਪੇਨ ਦੇ ਜਿਹੜਾ ਸੀਗਾ ਵੀ ਐਡਵਰਟੀਜ਼ਮੈਂਟ ਬਣਾਉਂਦਾ ਸੀ ਜਾਂ ਮੈਂ ਸਲੋਗਨਸ ਆਈਡੀਆ ਦਿੰਦਾ ਸੀ। ਤਾਂ ਇੱਕ ਚੀਜ਼ ਉਦੋਂ ਸਾਹਮਣੇ ਆਈ ਸੀ ਕਿ ਬੀਜੇਪੀ ਉਸ ਦਿਨ ਵੀ ਜਿਹੜੀ ਇੱਕ ਚੀਜ਼ ਸੀਗੀ ਕਿ ਅਸੀਂ ਦਿਹਾਤ 'ਚ ਜਾਣਾ, ਦਿਹਾਤੀ ਇਲਾਕੇ ਜਾਣਾ, ਪੇਂਡੂ ਇਲਾਕੇ ਜਾਣਾ। ਅੱਜ ਵੀ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਹੈ ਉਹ ਪੇਂਡੂ ਇਲਾਕਿਆਂ ਦੇ ਵਿੱਚ ਪ੍ਰੈਜ਼ੈਂਸ, ਖਾਸ ਕਰਕੇ ਪੰਜਾਬ ਦੀ ਗੱਲ ਕਰਾਂ ਮੈਂ, ਉੱਥੇ ਇਹਨਾਂ ਦੀ ਪ੍ਰੈਜ਼ੈਂਸ ਨਹੀਂ ਸ਼ੋ ਹੋ ਰਹੀ। ਨਹੀਂ, ਉਹ ਇਸ ਤਰ੍ਹਾਂ ਨਾ ਜੀ, ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ, ਜਿਵੇਂ ਆਪਾਂ ਫਾਜ਼ਿਲਕਾ ਦੀ ਗੱਲ ਕਰ ਲਈਏ, ਅਬੋਹਰ ਦੀ ਗੱਲ ਕਰ ਲਈਏ, ਉੱਥੇ ਪੇਂਡੂਆਂ ਇਲਾਕੇ 'ਚ ਹੈਗੀ। ਇੱਥੇ ਆਪਣੀ ਉਸ ਤਰ੍ਹਾਂ ਦੇ ਬੀਜੇਪੀ ਨੇ ਨਾ ਇੱਥੇ ਇਲੈਕਸ਼ਨ ਲੜੀ ਤੇ ਨਾ ਕੁਝ ਹੋਰ। ਹੁਣ ਜਿਵੇਂ ਐਗਤੀ ਪਹਿਲੀ ਵਾਰੀ ਇਲੈਕਸ਼ਨ ਲੜੀ, ਐਗਤੀ ਤੁਸੀਂ ਇਹ ਵੇਖੋ ਕਿ ਨਹੀਂ ਬੀਜੇਪੀ ਕਿੰਨੀਆਂ ਸੀਟਾਂ ਤੇ ਸੀਮਤ ਸੀ, ਟੋਟਲ 17% ਤੇ ਹੀ ਸੀ, 27 ਸੀਟਾਂ ਲੜਦੇ ਜੀ, ਬਾਕੀ ਅਕਾਲੀ ਦਲ ਲੜਦਾ। ਤੇ ਉਹ ਵੀ ਕੁਝ ਪਾਕਟ ਸੀਗੀਆਂ, ਆਪਣੇ ਮਾਲਵਾ ਏਰੀਆ ਦਾ ਜ਼ਿਆਦਾਤਰ ਅਕਾਲੀ ਦਲ ਲੜਦਾ। ਤੇ ਇੱਕ ਵੀ ਐਗਤੀ ਪਹਿਲੇ ਵਾਰੀ ਹੈ ਕਿ ਇਲੈਕਸ਼ਨ ਲੜੀ ਹੈ, ਤੇ ਉਹ ਵੀ ਇਹੋ ਜਿਹੇ ਸਮੇਂ 'ਚ ਜਦੋਂ ਕਿ ਆਹ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤੇ ਹੋ ਕੇ ਹਟਿਆ, ਉਦੋਂ ਕਿਸਾਨੀ ਉਦੋਂ ਲੜੀ ਹੈ। ਤੇ ਹੁਣ ਤੁਸੀਂ ਵੇਖੋਗੇ ਕਿ ਅੱਗੇ ਕਿਵੇਂ ਹੋਊਗਾ। ਅੱਛਾ, ਇੱਕ ਚੀਜ਼ ਮੈਂ ਬੜਾ ਦੇਖਣਾ ਚਾਹੁੰਦਾ ਕਿ ਬਹੁਤ ਚਰਚਾ ਹੈ ਪਬਲਿਕ ਡੋਮੇਨ ਦੇ ਵਿੱਚ, ਇਹ ਗੱਲ ਹੈ ਕਿ ਬੀਜੇਪੀ ਜਿਹੜੀ RSS ਹੈ ਉਹਦੇ ਦੋ ਪਾਰਟੀਆਂ ਜਿਹੜੀਆਂ, ਇੱਕ ਬੀਜੇਪੀ ਤੇ ਦੂਸਰੀ ਆਮ ਆਦਮੀ ਪਾਰਟੀ, ਇਹਨਾਂ ਨੂੰ ਜਿਹੜਾ ਪ੍ਰਮੋਟ ਕਰ ਰਹੀ ਹੈ। ਬੀਜੇਪੀ ਤਾਂ ਨੋ ਡਾਊਟ ਇਟ ਇਜ਼ ਅੰਡਰਸਟੂਡ ਕਿ ਪੈਦਾਇਸ਼ ਹੀ RSS ਦੀ ਹੈ। ਹੁਣ ਜਿਹੜੀ ਆਮ ਆਦਮੀ ਪਾਰਟੀ ਦੇ ਉੱਤੇ ਲੱਗ ਰਹੀ ਹੈ, ਆਮ ਆਦਮੀ ਪਾਰਟੀ ਟਾਰਗੇਟ ਬੀਜੇਪੀ ਨੂੰ ਕਰਦੀ ਹੈ, ਬੀਜੇਪੀ ਆਮ ਆਦਮੀ ਨੂੰ ਕਰਦੀ ਹੈ। ਇਹ ਤਾਂ ਨਹੀਂ, ਮੈਂ ਕੁਛ ਗੱਲ ਇਹੀ ਜੀ ਅੱਗੇ ਸਾਹਮਣੇ ਤਾਂ ਆਈ ਨਹੀਂ ਇਹੀ ਜੀ ਗੱਲ ਵੀ ਕੋਈ ਆਮ ਆਦਮੀ ਆਏ ਤਾਂ ਮੈਂ। ਪਰ ਆਮ ਆਦਮੀ ਪਾਰਟੀ ਸਰਕਾਰ ਨੂੰ ਕਿਵੇਂ ਲੈ ਕੇ, ਆਮ ਆਦਮੀ ਸਰਕਾਰ ਤੁਸੀਂ ਇਹੀ ਵੇਖ ਲਓ ਵੀ ਪਹਿਲੀ ਗੱਲ ਇੱਕ ਸਰਕਾਰ ਦੀ ਕੀ ਗੱਲ ਹੁੰਦੀ ਹੈ। ਜਿਵੇਂ ਕਿ ਆ ਪਿੱਛੇ ਜੇ ਦਿਨ ਦਿਹਾੜੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਤੇ 29 ਮਈ ਨੂੰ ਮੇਰਾ ਖਿਆਲ ਇਹ ਕਤਲ ਹੋਇਆ, 29 ਮਈ ਨੂੰ, ਤੇ 5:15 ਵਜੇ ਉੱਥੇ ਜਵਾਰ ਕੇ ਹੋਇਆ ਤੇ ਦੁਪਹਿਰਾ ਖੜਾ ਹੁੰਦਾ, ਤੇ ਕਿਸ ਤਰ੍ਹਾਂ ਉਵੇਂ ਉੱਥੇ ਗੋਲੀਆਂ ਚੱਲੀਆਂ ਤੇ ਕੀ ਹੈ ਕੀ ਨਹੀਂ। ਵੀ ਇਹ ਗੱਲ ਆਪ ਦਸਤਾਉਂਦਾ ਵੀ ਲੋਕ ਇਨਸਿਕਿਉਰ ਮਹਿਸੂਸ ਕਰਦੇ ਆ। ਉਦੋਂ ਬਾਅਦ ਮਾਨਸਾ ਕਾਫੀ ਸਾਰੀਆਂ ਥ੍ਰੈਟਨਿੰਗ ਕਾਲਸ ਵੀ ਆਈਆਂ, ਚਿੱਠੀਆਂ ਵੀ ਆਈਆਂ ਵਪਾਰੀਆਂ ਨੂੰ, ਤੇ ਵੀ ਲੋਕ ਆਪਦੇ ਆਪ ਨੂੰ ਸਿਕਿਉਰ ਨਹੀਂ ਸਮਝ ਰਹੇ। ਰਾਮਪੁਰਾ ਫੂਲ ਵੀ ਆ, ਪਿੱਛੇ ਜੇ ਕੈਮਿਸਟ ਤੋਂ ਪੈਸੇ ਲੈਣੇ ਸੀ, ਚਲੋ ਵੱਖਰੀ ਗੱਲ ਹੈ, ਖੋਣੇ ਸੀ, ਬਟ ਬੁਰੀ ਤਰ੍ਹਾਂ ਉਹਨੂੰ ਵਿਚਾਰੇ ਦੇ ਉਹਦੇ ਕਿਰਚਾਂ ਮਾਰ ਗਏ ਕਿ 35-36 ਉਹਦੇ ਟਾਂਕੇ ਲੱਗੇ। ਤੇ ਇਸ ਤਰ੍ਹਾਂ ਲੋਕ ਆਪਦੇ ਆਪ ਨੂੰ ਬੜਾ ਹੀ ਇਨਸਿਕਿਉਰ ਸਮਝ ਰਹੇ ਕਿ ਗੁੰਡਾਗਰਦੀ ਵੀ ਸਿਖਰਾਂ ਤੇ ਜੀ। ਤੇ ਇਹ ਤਾਂ ਗੁੰਡਾਗਰਦੀ ਗੱਲ ਹੋ ਗਈ। ਦੂਸਰੇ ਪਾਸੇ ਹੁਣੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਵੀ ਉਹਦੀ ਗੱਲ ਕਰਕੇ ਜਾ ਰਹੇ ਨੇ ਕਿ ਬਿਊਰੋਕਰੈਟਸ ਬਿਊਰੋਕਰੈਟਸ ਤੁਸੀਂ ਆਪ ਖੁਦ ਦੇਖ ਲਓ। ਹੁਣ ਸਾਨੂੰ ਐ ਨਹੀਂ ਸਮਝ ਆਉਂਦੀ ਵੀ ਪਹਿਲਾਂ ਤਾਂ AG ਅਨਮੋਲ ਰਤਨ ਸਿੱਧੂ ਲੱਗਦਾ ਜੀ, ਫਿਰ ਇੱਕੋ ਦਮ ਉਹ 3-4 ਮਹੀਨਿਆਂ ਬਾਅਦ ਅਸਤੀਫਾ ਦਿੰਦਾ, ਤੇ ਉਹ ਬਿਊਰੋਕਰੈਟ VK ਭਾਵਰਾ ਜੀ ਲੱਗੇ, ਫਿਰ ਉਹ ਦਿੱਲੀ ਉਹਦਾ ਆਪਦਾ ਜਾਂਦੇ ਨੇ, ਛੁੱਟੀ ਤੇ ਜਾਂਦੇ ਨੇ, ਤੇ ਇਸੇ ਤਰ੍ਹਾਂ ਹੋਰ ਬਿਊਰੋਕਰੈਟਸ ਦਾ ਸੁਣਿਆ ਕਿ ਵੀ ਇੱਥੇ ਰਹਿ ਕੇ ਰਾਜੀ ਨਹੀਂ ਹੁਣ। ਇਹ ਰੱਬ ਜਾਣੇ ਵੀ ਕੀ ਗੱਲਬਾਤ ਹੈ ਇਹਨਾਂ ਦੀ, ਕੀ ਹੈ ਕੀ ਨਹੀਂ। ਸੋ ਫਾਈਨਲੀ ਗੱਲਬਾਤ ਨੂੰ ਕੰਪਾਈਲ ਕਰਨ ਤੋਂ ਪਹਿਲਾਂ ਮੈਂ ਇੱਕੋ ਚੀਜ਼ ਜਾਣਦਾ, ਤੇ ਤੁਹਾਨੂੰ ਟ੍ਰੇਨ ਕਰਤਾ, ਹੁਣ ਟ੍ਰੇਨ ਕਰਤਾ 24 ਲਈ ਕਿਸ ਤਰ੍ਹਾਂ ਦੀਆਂ ਤਿਆਰੀਆਂ? ਸਾਨੂੰ ਟ੍ਰੇਨ ਇਹ ਨਹੀਂ ਕੀਤਾ, ਸਾਨੂੰ ਤਾਂ ਪਾਲਿਸੀਜ਼ ਬਾਰੇ ਦੱਸਿਆ ਗਿਆ। ਇੱਕ ਜੋ BJP ਜਿਵੇਂ ਬਣੀ ਹੈ ਉਹਦੇ ਬਾਰੇ ਦੱਸਿਆ ਗਿਆ ਜੀ, ਤੇ ਮੋਦੀ ਸਾਹਿਬ ਦੀਆਂ ਪਾਲਿਸੀਜ਼, ਤੇ ਇਹ ਇੱਕ ਸਾਡੇ 'ਚ ਜਿਵੇਂ ਕਹਿੰਦੇ ਵੀ ਇੱਕ ਤਾਂ ਡਿਸਿਪਲਿਨ ਤੇ ਇੱਕ ਸੈਲਫ ਕੌਨਫੀਡੈਂਸ, ਜਿਹੜੇ ਕਿ ਨਵੇਂ ਬੰਦੇ ਸੀ ਵੀ ਸਾਰਾ ਕੁਛ ਆ। ਇੱਕ ਜਿਹੜੀ ਸਾਰਿਆਂ ਨਾਲੋਂ ਵੱਡੀ ਗੱਲ ਦਾਨੇ ਸਾਹਿਬ ਮੈਨੂੰ ਲੱਗੀ ਕਿ ਟ੍ਰੇਨਿੰਗ ਕੈਂਪ ਹੋਇਆ। ਟ੍ਰੇਨਿੰਗ ਕੈਂਪ ਜਿਹੜਾ ਸਾਡਾ ਉੱਥੇ ਸਿਪਲ ਵਿਖੇ ਹੋਇਆ, ਤਕਰੀਬਨ 150 ਬੰਦਾ ਸੀ ਸਾਰੇ ਪੰਜਾਬ 'ਚੋਂ ਜੀ, ਤੇ ਬਾਹਰੋਂ ਵੱਡੇ ਵੱਡੇ ਬੰਦੇ ਆਏ, ਪਰ ਅੰਦਰ ਹਾਲ 'ਚ ਕਿਸੇ ਦਾ ਕੋਈ PA, ਕਿਸੇ ਦਾ ਕੋਈ ਗਨਮੈਨ ਨਹੀਂ ਗਿਆ, ਸਾਰੇ ਬਾਹਰ ਜੀ। ਇੱਕ 1-to-1 ਜਿਵੇਂ ਕਿ ਹੁੰਦਾ, ਇੱਕ ਬ੍ਰਦਰਹੁੱਡ ਭਾਈਚਾਰਾ ਜੀ, ਚਾਹੇ ਕੋਈ ਵੱਡੇ, ਕੋਈ ਊਚ ਨੀਚ ਨਹੀਂ। ਕਹਿੰਦੇ ਨਾਲੇ ਇਹਨਾਂ ਨੇ ਕਿਹਾ ਵੀ ਅਸੀਂ ਕਿਤੇ ਆਹ ਜਾਤ ਪਾਤ 'ਚ ਨਹੀਂ ਕਿਸੇ 'ਚ ਬਿਲੀਵ ਕਰਦੇ, ਭਾਈਚਾਰੇ 'ਚ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਪਾਤਸ਼ਾਹ ਨੇ ਕਿਹਾ, ਉਹ ਗੱਲ ਇਹਨਾਂ ਨੇ ਕਹੀ ਕਿ ਵੀ ਉਹਨਾਂ ਦੀਆਂ ਲੈਣਾ ਤੇ ਆ ਕਿ ਵੀ ਇੱਕ ਭਾਈਚਾਰਾ, ਇੱਕ ਸਾਡਾ ਪਰਿਵਾਰ ਵਾਂਗੂ ਅਸੀਂ ਚੱਲਦੇ ਹਾਂ, ਕਿ ਤਾਂ ਕਿ ਤੁਹਾਨੂੰ ਇਹ ਹੌਸਲਾ ਹੋਵੇ, ਚਾਹੇ ਕੋਈ ਵੀ ਹੈ, ਸੀਨੀਅਰ ਤੋਂ ਸੀਨੀਅਰ ਮਿਨਿਸਟਰ ਆ, ਉਹ ਵੀ ਇੱਕ ਆਮ ਵਰਕਰ 'ਚ ਉੱਠ ਕੇ ਗਿਆ। ਸੋ ਕਹਿੰਦੇ ਹਜੇ ਸਿਰਫ ਤੁਹਾਨੂੰ ਪ੍ਰਪੇਅਰ ਕੀਤਾ, ਨਾ ਕਿ ਤੁਹਾਨੂੰ ਲੋਕਾਂ ਦੇ ਵਿੱਚ ਜਾਣ ਲਈ ਪ੍ਰਪੇਅਰ ਕੀਤਾ। ਲੋਕਾਂ ਵਾਸਤੇ ਦੱਸੀ ਜਾਂਦੇ ਨੇ ਸਾਰਾ ਕੁਝ, ਪਾਲਿਸੀਜ਼ ਦੱਸੀ ਜਾਂਦੇ ਨੇ ਵੀ ਜਿਹੜਾ ਕੋਈ ਪਾਲਿਸੀਜ਼ ਦੇਖੋ ਮੋਦੀ ਸਾਹਿਬ ਨੇ ਇੰਨੀਆਂ ਬਣਾਈਆਂ ਵੀ ਜਾ ਕੇ ਪ੍ਰਚਾਰ ਕਰੋ। ਤੇ ਜਿਵੇਂ ਕਿ ਹੁਣ ਆਹ ਆਪਣੇ 70 ਸਾਲ ਹੋ ਜਾਣਗੇ ਇੰਡੀਪੈਂਡੈਂਸ ਵਾਸਤੇ, ਤੇ ਅੱਜ ਵੀ ਮੋਦੀ ਸਾਹਿਬ ਤੁਸੀਂ ਇਹ ਵੇਖੋ
ਵੀ ਹਿੰਦੁਸਤਾਨ ਇੱਕ ਇੰਟਰਨੈਸ਼ਨਲ ਫਿਗਰ ਮੰਨਿਆ ਗਿਆ ਤੇ ਇੱਕ ਨਾਂ ਬਣਿਆ ਮੋਦੀ ਸਾਹਿਬ ਦਾ ਸਾਰਾ ਕਿਤੇ। ਤੇ ਵੀ ਮੇਰਾ ਮਤਲਬ ਜਿਹੜਾ ਕੁਛ ਕਹਿੰਦੇ ਆ ਵੀ ਉਹ ਕਰਕੇ ਵਿਖਾਉਂਦੇ ਆ, ਤੇ ਕਾਪੀ ਅਕਾਲੀ ਦਲ ਨੇ ਕੀਤੀ ਹੈ ਇਹ। ਮੈਂ ਅੱਗੇ ਹੱਸਦਾ ਹੁੰਦਾ ਸੀ ਵੀ ਕਿਹਾ ਤਾਂ ਬੋਰਡ ਤਾਂ ਲੱਗਿਆ ਅਕਾਲੀ ਦਲ ਨੇ ਵੀ ਜੋ ਕਹਾਂਗੇ ਸੋ ਕਰਾਂਗੇ, ਵੀ ਉਹ ਪੈਸੇ ਆਉਂਦੇ ਕਿੱਥੇ ਸੀ? ਆਉਂਦੇ ਤਾਂ ਉਹ ਬੀਜੇਪੀ ਤੋਂ ਸੀ। ਚਾਹੇ ਗਰੀਬਾਂ ਦੀਆਂ ਯੋਜਨਾਵਾਂ ਕਰ ਲਈਏ, ਚਾਹੇ ਇਨਫਰਾਸਟ੍ਰਕਚਰ ਦੀ ਗੱਲ ਕਰ ਲਈਏ। ਅੱਜ ਸਾਨੂੰ ਇਹੀ ਗੱਲ ਦੱਸੀ ਗਈ ਵੀ ਕੋਈ ਵੀ ਮੁਲਕ ਤਰੱਕੀ ਕਰਦਾ ਇਨਫਰਾਸਟ੍ਰਕਚਰ ਪਹਿਲਾਂ ਡਿਵੈਲਪਮੈਂਟ ਹੈ। ਅਮਰੀਕਾ 'ਚ ਪ੍ਰੈਜ਼ੀਡੈਂਟ ਆਈਜ਼ਨਹਾਵਰ ਸੀ ਜਿਨ੍ਹਾਂ ਨੇ ਕਿ ਸੜਕਾਂ ਬਣਾਈਆਂ ਤੇ ਸੜਕਾਂ ਦਾ ਨਿਰਮਾਣ ਕੀਤਾ, ਉਦੋਂ ਬਾਅਦ ਡਿਵੈਲਪਮੈਂਟ ਹੋਈ। ਤੇ ਤੁਸੀਂ ਇਹ ਵੀ ਵੇਖੋ ਅੱਜ ਸੜਕਾਂ ਦਾ ਨਿਰਮਾਣ ਵੀ ਹੋ ਰਿਹਾ, ਹੋਰ ਸਾਰਾ ਗੱਲਾਂ ਬਾਤਾਂ ਗਰੀਬਾਂ ਦੀਆਂ PM ਆਵਾਸ ਯੋਜਨਾ, ਉਜਵਲਾ ਯੋਜਨਾ, ਸ਼ੌਚਾਲਿਆ, ਹੋਰ ਸਾਰਾ ਕੁਛ ਹੈ ਵੀ ਚੱਲ ਰਿਹਾ, ਵੀ ਫੋਕਸ ਕਰ ਰਹੇ ਨੇ। ਤਾਂ ਟਾਈਮ ਲੱਗਦਾ ਹੈ ਪਰ ਆਪਾਂ ਫਿਰ ਵੀ ਵੇਖੀਏ ਬਹੁਤ ਕੁਛ। ਜੀ ਥੈਂਕ ਯੂ ਵੈਰੀ ਮਚ। ਕੋਈ ਜਾਂਦੇ ਕੋਈ ਮੇਰਾ ਸਵਾਲ ਰਹਿ ਗਿਆ ਹੋਵੇ ਤੁਸੀਂ ਕੋਈ? ਨਾ ਬਸ ਥੈਂਕ ਯੂ ਦਾਨੇ ਵਾਲੇ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ, ਮਿਹਰਬਾਨੀ, ਥੈਂਕ ਯੂ ਜੀ। ਇਹ ਸਨ ਸਰਦਾਰ ਜਗਦੀਪ ਸਿੰਘ ਨਕਈ ਹੋਰੀ। ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਬ੍ਰੇਕ ਤੋਂ ਬਾਅਦ ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਜੁੜਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ। ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं ਜੀ। ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ